ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਇਮ ਸਤਿਗੁਰ ਨਿਤ ਠਾਨੇ ਤਿਆਰੀ ਕਰਿਓ ਚਾਹੋ ਦਛਨ ਸਵਾਰੀ ਕਹਿ ਭਾਈ ਮੈਂ ਪੀ ਹੋਏ ਸਾਥ ਕਮਣੇ ਚਾਹੋ ਦਰਸ ਹਿਤ ਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤਲਵੰਡੀ ਵਿਖੇ ਵਿਰਾਜਮਾਨ ਹਨ, ਬਹੁਤ ਸਮਾਂ ਬਤੀਤ ਹੋਇਆ ਸਤਿਗੁਰਾਂ ਨੂੰ ਇੱਥੇ ਵਿਰਾਜਮਾਨ ਹੋਇਆ। ਸਿੱਖ ਸੰਗਤਾਂ ਨੂੰ ਤਾਰਨ ਲੱਗੇ। ਕਦੇ ਕਦੇ ਸਤਿਗੁਰੂ ਖਿਆਲ ਕਰਦੇ ਨੇ ਕਿ ਅਸੀਂ ਦੱਖਣ ਵੱਲ ਜਾਣਾ ਹੈ ਔਰ ਸਿੱਖ ਸੰਗਤਾਂ ਨਾਲ ਇਸ ਵਿਸ਼ੇ 'ਤੇ ਸਲਾਹ ਮਸ਼ਵਰਾ ਵੀ ਕਰਦੇ ਹਨ ਔਰ ਗੁਰੂ ਪਿਆਰਿਓ ਵਿਚਾਰਾਂ ਚੱਲਦੀਆਂ ਰਹਿੰਦੀਆਂ। ਬਹੁਤ ਸਿੱਖ ਸੰਗਤ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਆਉਂਦੀ ਹੈ, ਬੇਅੰਤ ਭੇਟਾਵਾਂ ਵੀ ਲੈ ਕੇ ਆਉਂਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਸੁਣਾ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਗੁਰਬਾਣੀ ਸਾਡੇ ਵਾਸਤੇ ਕੀ ਉਪਦੇਸ਼ ਬਖਸ਼ਿਸ਼ ਕਰਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਵਿਸ਼ੇ 'ਤੇ ਵੀ ਵਿਚਾਰ ਆਰੰਭ ਕਰ ਦਿੱਤੀ। ਹੁਣ ਬਈ ਇਹ ਵੀ ਬਹੁਤ ਜ਼ਰੂਰੀ ਕੰਮ ਹੈ, ਕਿਉਂਕਿ ਜੋ ਬੀੜ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਸੀ ਉਹ ਬੀੜ ਪੰਜਵੇਂ ਪਾਤਸ਼ਾਹ ਜੀ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਰਹੀ। ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਜੰਗ ਯੁੱਧ ਹੋਣ ਲੱਗੇ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੰਗ ਹੋਇਆ ਅਤੇ ਉਸ ਵੇਲੇ ਸਾਰਾ ਪਰਿਵਾਰ ਸਤਿਗੁਰ ਦੇ ਤਿੰਨੇ ਮਹਿਲ ਇੱਧਰ ਉੱਧਰ, ਭਾਈ ਧੀਰਮਲ ਵਰਗੇ ਆਪਣੀ ਮਾਤਾ ਸਮੇਤ ਕਰਤਾਰਪੁਰ ਚਲੇ ਗਏ। ਸਤਿਗੁਰੂ ਪਾਤਸ਼ਾਹ ਜੀ ਬੱਚੀ ਦੀ ਸ਼ਾਦੀ ਕਰਨ ਵਾਸਤੇ ਚਲੇ ਗਏ ਅਤੇ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ
ਇਹ ਬੀੜ ਜਿਹੜੀ ਸੀ ਉਸ ਵੇਲੇ ਫਿਰ ਧੀ ਮੱਲੀਆਂ ਦੇ ਹੱਥ ਆ ਗਈ ਤੇ ਉਹ ਬੀੜ ਨੂੰ ਕਰਤਾਰਪੁਰ ਲੈ ਗਏ। ਸੋਢੀਆਂ ਦੇ ਬੱਚਿਆਂ ਵਿੱਚੋਂ ਇਹ ਧੀਰਮਲ ਆਪਣੇ ਆਪ ਨੂੰ ਗੁਰੂ ਘਰ ਦਾ ਮੋਹਤਵਾਰ ਸਮਝਦਾ ਸੀ ਕਿ ਮੈਂ ਹੀ ਅਗਲਾ ਗੁਰੂ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਨਿਸ਼ਾਨੀ ਸਮਝਦਾ ਸੀਗਾ। ਇਸ ਕਰਕੇ ਉਹ ਕਰਤਾਰਪੁਰ ਸਾਹਿਬ ਵਾਲੀ ਉਹ ਬੀੜ ਜੋ ਪੰਜਵੇਂ ਪਾਤਸ਼ਾਹ ਜੀ ਨੇ ਰਚੀ ਸੀ, ਉਸ ਨੂੰ ਕਿਸੇ ਨੂੰ ਦਿੰਦਾ ਨਹੀਂ ਸੀ ਕਿ ਜਿਹਦੇ ਕੋਲੇ ਬੀੜ ਹੈ ਉਹੀ ਗੁਰੂ ਹੈ। ਇੱਧਰ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਸਲਾਹ ਮਸ਼ਵਰਾ ਕੀਤਾ ਕਿ ਬਹੁਤ ਸਾਰੇ ਕੁਝ ਲੋਕਾਂ ਨੇ ਜਿਹੜਾ ਹੈ ਆਪਦੀ ਮਨਮਤ ਦੇ ਨਾਲ ਗੁਰੂ ਪਿਆਰਿਓ ਗੁਰਬਾਣੀ ਦੇ ਉਤਾਰੇ ਕਰਕੇ ਵਿੱਚ ਉਹਨਾਂ ਦੇ ਸ਼ਬਦਾਂ ਦੀ ਵਾਧ ਘਾਟ ਵੀ ਕਰ ਦਿੱਤੀ। ਇਸ ਗੱਲ ਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ। ਤੇ ਦੂਸਰਾ ਹੁਣ ਲੋੜ ਹੈ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਬੀੜ ਦੇ ਵਿੱਚ ਵਿਰਾਜਮਾਨ ਕਰਨੀ ਹੈ। ਆਓ ਇਸ ਵਿਸ਼ੇ 'ਤੇ ਅੱਜ ਆਪਾਂ ਵਿਚਾਰਾਂ ਸਰਵਣ ਕਰਾਂਗੇ। ਗੁਰੂ ਕਿਰਪਾ ਕਰਨ। ਕਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਜੋ ਸਾਡੇ ਕੋਲ ਹੁਣ ਸੁਭਾਏਮਾਨ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਜਿਨ੍ਹਾਂ ਦਾ ਉਸ ਵੇਲੇ ਨਾਮ ਸੀ ਦਮਦਮੀ ਬੀੜ ਭਾਵ ਦਮਦਮਾ ਸਾਹਿਬ, ਜੋ ਲਿਖਣੀ ਕੀਤੀ ਹੈ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਹੋਰਾਂ ਨੂੰ ਲਿਖਾਰੀ ਲਗਾ ਕਰਕੇ। ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਮ ਸਤਿਗੁਰ ਨਿਤ ਠਾਨੇ ਤਿਆਰੀ ਕਰਿਓ ਚਾਹੋ ਦਰਸ਼ਨ ਅਸਵਾਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਜ਼ਾਨਾ ਹੀ ਸਲਾਹਾਂ ਕਰਦੇ ਆ ਕਿ ਮੈਂ ਹੁਣ ਦੱਖਣ ਵੱਲ ਜਾਣਾ ਹੈ। ਕਹਿ ਭਾਈ ਮੈਂ ਪੀ ਹੋਏ ਸਾਥ ਗਮਣਿਓ ਚਾਹੋ ਦਰਸ ਹਿਤ ਨਾਥ। ਭਾਈ ਰਾਮ ਕੋਇਰ ਜੀ ਜੋ ਕਿ ਬਾਬੇ ਬੁੱਢੇ ਦੀ ਵੰਸ਼ ਵਿੱਚੋਂ ਹਨ, ਉਹ ਵੀ ਹੁਣ ਕਾਫੀ ਵੱਡੇ ਹੋ ਗਏ ਹਨ। ਜੇ ਸਤਿਗੁਰੂ ਇਸ ਵੇਲੇ 30-31 ਸਾਲ ਦੇ ਹਨ ਤਾਂ ਰਾਮ ਕੋਇਰ ਜੀ ਸਤਿਗੁਰਾਂ ਦੇ 9 ਸਾਲ ਦੇ ਸਮੇਂ 2 ਸਾਲ ਦੇ ਸੀ, ਤੇ ਉਹ ਵੀ ਲਗਭਗ 18-20-22 ਸਾਲ ਦੇ ਹੋਣਗੇ। ਇਸ ਤਰ੍ਹਾਂ ਗੁਰੂ ਪਿਆਰਿਓ ਰਾਮ ਕੌਰ ਜੀ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਹੁਣ ਦਮਦਮਾ ਸਾਹਿਬ ਵਿਖੇ ਸਿੱਖ ਸੰਗਤਾਂ ਬਹੁਤ ਆ ਰਹੀਆਂ ਹਨ। ਸੰਗਤ ਔਰ ਕਣੀ ਨਿਤਿਆਵਤ ਲੈ ਕਰ ਭੇਟ ਕਈ ਪ੍ਰਕਾਰੇ। ਔਰ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਨਿਤ ਨਵੀਆਂ ਸੰਗਤਾਂ ਆਉਂਦੀਆਂ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ। ਦੂਧ ਦਹੀਂ ਕ੍ਰਿਤ ਆਨੰਦ ਦੁਕੂਲ ਤੁਰੰਗ ਤੁਰੰਗਨੀ ਚਾਰ ਅਪਾਰੇ। ਦੁੱਧ ਮਾਲਵੇ ਦੇ ਲੋਕ, ਇਸ ਇਲਾਕੇ ਦੇ ਲੋਕ, ਦੂਰ ਦੀਆਂ ਸੰਗਤਾਂ ਵੀ ਜਿੱਥੇ ਜਿੱਥੇ ਕਿਸੇ ਨੂੰ ਪਤਾ ਲੱਗਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਵਿਰਾਜ ਰਹੇ ਹਨ ਤਲਵੰਡੀ ਸਾਬੋ ਕੀ ਵਿਖੇ, ਤਾਂ ਇੱਥੇ ਹੀ ਲੈ ਕੇ ਆਉਂਦੇ ਹਨ ਦੁੱਧ ਦਹੀਂਆਂ ਘਿਓ ਲੰਗਰ ਦੇ ਲਈ ਰਾਸ਼ਨ ਅਨਾਜ ਦੋਕੋਲ ਭਾਵ ਸੁੰਦਰ ਰੇਸ਼ਮੀ ਜਿਹੋ ਜਿਹੇ ਵੀ ਕੱਪੜੇ, ਮਾਲਵੇ ਦੇ ਖੱਦਰ ਦੇ ਕੱਪੜੇ ਆਦਿ ਆਦਿ, ਘੋੜੇ ਘੋੜੀਆਂ ਸੁੰਦਰ। ਰਾਕੜ ਤੀਨ ਪੁਨਾ ਮਹਿਕੀ ਵਰ ਲੈ ਰਜਤੇ ਪਣ ਔਰ ਦਿਨਾਰੇ। ਔਰ ਗੁਰੂ ਪਿਆਰਿਓ ਗਊਆਂ ਮੱਝਾਂ ਔਰ ਹਰੇਕਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਸੰਗਤਾਂ ਨੂੰ ਚਾਹੀਦੀਆਂ ਹਨ। ਔਰ ਦਿਨਾਰੇ, ਦਿਨਾਰ ਕਹਿੰਦੇ ਆ ਮਾਇਆ ਨੂੰ, ਬੇਅੰਤ ਮਾਇਆ ਵੀ ਭੇਟ ਕਰਦੇ ਹਨ। ਅਯੁੱਧ ਅੰਬਰ ਤੂਲ ਪਟੰਬਰ ਪੌਪਸ਼ਮੰਬਰ ਕੰਬਰ ਭਾਰੇ। ਸ਼ਾਸਤਰ ਵੀ ਲਿਆ ਕੇ ਸੰਗਤਾਂ ਭੇਟ ਕਰਦੀਆਂ। ਅੰਬਰ ਤੂਲ ਭਾਵ ਰੇਸ਼ਮੀ ਕੱਪੜੇ, ਪਟੰਬਰ ਰੇਸ਼ਮ ਦੇ, ਪਸ਼ਮੰਬਰ ਦੇ, ਕੰਬਲ ਭਾਰੇ ਭਾਵ ਜਿੱਥੋਂ ਜਿੱਥੋਂ ਸੰਗਤਾਂ ਆਉਂਦੀਆਂ ਆਪੋ ਆਪਣੇ ਇਲਾਕੇ ਦੀਆਂ ਵਸਤੂਆਂ ਲੈ ਕੇ ਆਉਂਦੀਆਂ ਹਨ। ਆਇਨ ਲੈ ਕਰ ਚਾਇਨ ਸੰਗ ਉਪਾਇਨ ਦਾਇਨ ਪਾਇਨ ਧੁਰੈ। ਔਰ ਭੇਟਾਵਾਂ ਹੱਥ ਵਿੱਚ ਲੈ ਕੇ ਸਿੱਖ ਸੰਗਤਾਂ ਬੜੇ ਚਾਅ ਦੇ ਨਾਲ ਦਮਦਮਾ ਸਾਹਿਬ ਤਲਵੰਡੀ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਤੇ ਨਾਲੇ ਚਰਨਾਂ ਵਿੱਚ ਵਸਤੂਆਂ ਭੇਟ ਕਰਦੀਆਂ ਹਨ। ਪਰਸੇ ਪਗਾਇਸ ਸ੍ਰੀ ਗੁਰੂ ਕੋ
ਦਸਵੇਂ ਹਰਸੇ ਸਰਸੇ ਸੰਜ ਭੇਰੋ। ਸਤਿਗੁਰਾਂ ਦੇ ਚਰਨ ਪਰਸਦੇ ਹਨ, ਦਰਸੈ ਦਰਸ਼ਨ ਕਰਦੇ ਹਨ, ਹਰਸੈ ਖੁਸ਼ ਹੁੰਦੇ ਹਨ, ਸਰਸੈ ਆਨੰਦ ਆਉਂਦਾ ਹੈ। ਸੰਝ ਭੇਰੋ, ਸੰਝ ਭੋਰੈ ਭਾਵ ਸ਼ਾਮਾਂ ਤੇ ਸੁਬਾਹ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਦਰਸ਼ਨ ਕਰਕੇ ਆਨੰਦ ਹੁੰਦੀਆਂ ਜੀ। ਪਰਸੇ ਪਗ ਆਏ ਸ੍ਰੀ ਗੁਰ ਕੋ ਤਰਸੇ ਹਰਸੇ ਸਰਸੇ ਸੰਜ ਭੇਰੋ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਕਰ ਕਰਕੇ ਸਿੱਖ ਸੰਗਤਾਂ ਨਿਹਾਲ ਹੁੰਦੀਆਂ ਹਨ। ਪਾਇਨ ਚਾਰ ਪਦਾਰਥ ਬਾਚਤ ਸ੍ਰੀ ਗੁਰ ਤੇ ਨਰ ਨਾਰ ਕਰੋਰੈ। ਔਰ ਕਰੋੜਾਂ ਭਾਵ ਬੇਅੰਤ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸਤਿਗੁਰ ਦੇ ਚਰਨ ਪਰਸਦੀਆਂ ਹਨ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜੋ ਚਾਹੁੰਦੇ ਹਨ ਗੁਰੂ ਘਰ ਚੋਂ ਪ੍ਰਾਪਤ ਕਰਦੇ ਹਨ। ਬੇਅੰਤ ਇਸਤਰੀਆਂ ਮਨੁੱਖ ਇੱਥੇ ਆਉਂਦੇ ਹਨ। ਆਇਸ ਆਸ ਕਲੇ ਗੁਰ ਤੈ ਫਿਰ ਜਾਵਨ ਧਾਮਨ ਆਪਨ ਔਰੈ। ਔਰ ਫਿਰ ਗੁਰੂ ਪਿਆਰਿਓ ਕੁਝ ਸਮਾਂ ਰਹਿੰਦੇ ਹਨ। ਫਿਰ ਜਦੋਂ ਪਿੱਛੇ ਘਰਾਂ ਦੀ ਯਾਦ ਆਉਂਦੀ ਹੈ, ਕੰਮ ਧੰਦੇ ਵੀ ਕਰਨੇ ਆ, ਆਗਿਆ ਲੈ ਕੇ ਵਾਪਸ ਚਲੇ ਜਾਂਦੇ। ਇਸ ਤਰ੍ਹਾਂ ਬੜਾ ਹੀ ਆਤਮਿਕ ਆਨੰਦ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਣਿਆ ਹੋਇਆ। ਭਾਵੇਂ ਕਿ ਦਰਸ਼ਨ ਕਰ ਕਰਕੇ ਸੰਗਤਾਂ ਰੱਜਦੀਆਂ ਨਹੀਂ ਸੀ, ਕਈ ਦਿਨ ਰਹਿੰਦੀਆਂ, ਕਥਾ ਕੀਰਤਨ ਸਰਵਣ ਕਰਦੀਆਂ, ਫਿਰ ਘਰਾਂ ਨੂੰ ਚਲੇ ਜਾਂਦੇ। ਫਿਰ ਆ ਕੇ ਜਦੋਂ ਸਮਾਂ ਮਿਲਦਾ ਹਾਜ਼ਰ ਹੁੰਦੇ। ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਸ ਦਾ ਅਸੀਂ ਆਸਾ ਦੀ ਵਾਰ ਦਾ ਕੀਰਤਨ ਵੀ ਸੁਣਦੇ ਹਾਂ, ਹੋਰ ਵੀ ਸ਼ਬਦ ਸੁਣਦੇ ਹਾਂ, ਕਿਰਪਾ ਕਰਕੇ ਸਾਨੂੰ ਇਸ ਗੁਰਬਾਣੀ ਦੇ ਅਰਥ ਕਰਕੇ ਸੁਣਾ ਦਿਓ। ਤੇ ਸਤਿਗੁਰਾਂ ਦੇ ਖਿਆਲ ਵਿੱਚ ਵੀ ਇਹ ਗੱਲ ਸੀ। ਸਤਿਗੁਰਾਂ ਨੇ ਪਹਿਲਾਂ ਸੰਗਤਾਂ ਨੂੰ ਕਿਹਾ ਸੀਗਾ ਕਿ ਜਦੋਂ ਜੰਗਾਂ ਤੋਂ ਵਿਹਲ ਮਿਲੇਗੀ ਫਿਰ ਤੁਹਾਨੂੰ ਗੁਰਬਾਣੀ ਦੇ ਅਰਥ ਵੀ ਸੁਣਾਵਾਂਗੇ। ਹੁਣ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਕਹਿਣ ਲੱਗੇ ਵੀ ਇੱਦਾਂ ਕਰੋ, ਇੱਕ ਜਥਾ ਜਾਓ ਕਰਤਾਰਪੁਰ। ਜੋ 1661 ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਚਨਾ ਕੀਤੀ ਹੈ, ਜਿਸ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ। ਉਸ ਤੋਂ ਬਾਅਦ ਉਹ ਬੀੜ ਜਿਹੜੀ ਹੈ ਕਰਤਾਰਪੁਰ ਵਿਖੇ ਧੀਰਮਲ ਦੇ ਕੋਲ ਹੈ। ਉਹ ਬੀੜ ਲੈ ਕੇ ਆਓ। ਜਿਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਕੋਲ ਸੀ ਬਕਾਲਾ ਸਾਹਿਬ ਉਹ ਸਰੂਪ, ਤਾਂ ਗੁਰੂ ਪਿਆਰਿਓ, ਜਿਸ ਵੇਲੇ ਧੀਰਮਲ ਨੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ 'ਤੇ ਗੁੱਸਾ ਕੀਤਾ ਤੇ ਹਮਲਾ ਕਰਕੇ ਗੁਰੂ ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਉਹ ਲੁੱਟ ਕੇ ਲੈ ਗਿਆ। ਉਸ ਤੋਂ ਬਾਅਦ ਮੱਖਣ ਸ਼ਾਹ ਲਵਾਣੇ ਨੇ ਆਪਣੇ ਬੰਦਿਆਂ ਸਮੇਤ ਧੀਰਮਲ 'ਤੇ ਹਮਲਾ ਕੀਤਾ ਤੇ ਉਹਦੇ ਘਰ ਦੇ ਵਿੱਚੋਂ ਸਾਰਾ ਸਮਾਨ ਵੀ ਵਾਪਸ ਲਿਆਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲਿਆਂਦਾ। ਜਿਸ ਵੇਲੇ ਗੁਰੂ ਤੇਗ ਬਹਾਦਰ ਪਤਾ ਲੱਗਿਆ ਤੇ ਉਹਨਾਂ ਨੇ ਹੁਕਮ ਕੀਤਾ ਵੀ ਨਹੀਂ ਭਈ ਆਪਾਂ ਕੁਛ ਨਹੀਂ ਲੈਣਾ, ਇਹ ਸਾਰੀ 500 ਮੋਹਰ ਮਾਇਆ ਇਹ ਵੀ ਉਹਦੇ ਘਰੇ ਛੱਡਿਆਓ, ਇਹ ਭਾਂਡੇ ਵੀ ਉਹਨੂੰ ਦਿਆਓ, ਸਾਰਾ ਸਮਾਨ ਉਹਨੂੰ ਦਿਆਓ, ਆਪਾਂ ਕੁਛ ਵੀ ਨਹੀਂ ਲੈ ਕੇ ਜਾਣਾ। ਭਾਵੇਂ ਕਿ ਸੰਗਤਾਂ ਚਾਹੁੰਦੀਆਂ ਸਨ ਕਿ ਉਸ ਧੀਰਮਲ ਨੂੰ ਕੁਛ ਵੀ ਨਾ ਦਿੱਤਾ ਜਾਵੇ, ਪਰ ਸਤਿਗੁਰੂ ਪਾਤਸ਼ਾਹ ਜੀ ਦੇ ਹੋਰ ਖਿਆਲ ਆ। ਸੰਗਤਾਂ ਨੇ ਉਸ ਸਮਾਨਤਾ ਨੂੰ ਮੋੜ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਮੋੜਿਆ। ਤੇ ਜਿਸ ਵੇਲੇ ਬਕਾਲਾ ਸਾਹਿਬ ਤੋਂ ਗੱਡੀਆਂ 'ਤੇ ਸਮਾਨ ਲੱਦ ਕੇ ਚੱਲ ਪਏ ਕਿਤੇ ਹੋਰ ਜਾ ਕੇ ਨਗਰ ਵਸਾਉਣ ਦੇ ਲਈ, ਤੇ ਜਿਸ ਵੇਲੇ ਬਿਆਸਾ ਦਰਿਆ ਦੇ ਕਿਨਾਰੇ ਪਹੁੰਚੇ ਤੇ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਮੋੜ ਕੇ ਆਏ ਇਹ। ਉੱਥੇ ਰੋਕ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ ਸੰਗਤਾਂ ਨੂੰ, ਜਾਓ ਗ੍ਰੰਥ ਸਾਹਿਬ ਦੇ ਕੇ ਆਓ, ਧੀਰਮਲ ਨੂੰ ਆਪਾਂ ਨਾਲ ਨਹੀਂ ਲੈ ਕੇ ਜਾਣਾ। ਤਾਂ ਗੁਰੂ ਪਿਆਰਿਓ, ਉਸ ਵੇਲੇ ਸੰਗਤਾਂ ਨੇ ਨਾ ਨੁਕਰ ਕੀਤੀ, ਨਹੀਂ ਮਹਾਰਾਜ ਇਹ ਤਾਂ ਤੁਸੀਂ ਗੁਰੂ ਹੈ, ਤੁਹਾਡੇ ਕੋਲ ਹੀ ਹੋਣਾ ਚਾਹੀਦਾ। ਤਾਂ ਉਸ ਵੇਲੇ ਸਤਿਗੁਰਾਂ ਨੇ ਸਮੇਤ ਮੰਜੀ ਸਾਹਿਬ ਦੇ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਜਿਹੜਾ ਸੀਗਾ ਬਿਆਸਾ ਦੇ ਹਵਾਲੇ ਕਰਤਾ, ਦਰਿਆ ਦੇ ਵਿੱਚ ਰੱਖ ਦਿੱਤਾ। ਮੰਜੀ ਸਾਹਿਬ 'ਤੇ ਸੁਖਾਸਨ ਵਿਰਾਜਮਾਨ, ਉੱਪਰ ਮਾਲੇ ਪਾਏ ਹੋਏ, ਕਮਰ ਕਸਾ ਕੀਤਾ। ਮੰਜੀ ਸਾਹਿਬ ਨੂੰ ਬਿਆਸਾ ਦਰਿਆ ਦੇ ਹਵਾਲੇ ਕਰਕੇ ਹੁਕਮ ਕੀਤਾ, ਲੈ ਵੀ ਮਿੱਤਰਾ ਤੇਰੇ ਕੋਲੇ ਧੀਰਮਲ ਆਵੇਗਾ, ਜਦੋਂ ਸਾਡਾ ਨਾਮ ਲਵੇ ਤੇ ਉਹਨੂੰ ਇਹ ਸਰੂਪ ਦੇ ਦੇਣਾ। ਕਹੋ ਸਤਨਾਮ ਸ੍ਰੀ। ਤੇ ਉਸ ਤੋਂ ਬਾਅਦ ਨਾਲ ਹੀ ਉੱਥੋਂ ਜਾਂਦੇ ਕੁਝ ਰਾਹੀਆਂ ਨੂੰ ਸੁਨੇਹਾ ਦਿੱਤਾ ਕਿ ਜਾ ਕੇ ਧੀਰਮਲ ਨੂੰ ਕਹਿ ਦਿਓ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹ ਬਿਆਸਾ ਦਰਿਆ ਦੇ ਕੋਲ ਹੈ, ਆ ਕੇ ਲੈ ਜਾ। ਜਦੋਂ ਜਾ ਕੇ ਦੱਸਿਆ ਤੇ ਕਈ ਕਹਿੰਦੇ ਤੇਰੇ ਨਾਲ ਮਜ਼ਾਕ ਕੀਤਾ, ਜਿਨ੍ਹਾਂ ਨੂੰ ਭਰੋਸਾ ਨਹੀਂ ਸੀ। ਹੁਣ ਤਾਂ ਸ਼ਾਹੀ ਘੁਲ ਗਈ ਹੋਣੀ ਆ ਪਾਣੀ ਵਿੱਚ, ਹੁਣ ਉੱਥੇ ਕਿਹੜੇ ਅੱਖਰ ਲੱਭਣਗੇ ਆਪਾਂ ਨੂੰ।
ਕਈ ਕਹਿੰਦੇ ਵੀ ਯਾਰ ਦੇਖ ਵੀ ਤਾਂ ਲਓ। ਫਿਰ ਸਾਰਿਆਂ ਨੇ ਆ ਕੇ ਲੱਭਣਾ ਕੀਤਾ, ਨਾ ਲੱਭਿਆ। ਬਾਰ-ਬਾਰ ਅਰਦਾਸ ਕਰਦੇ ਆ 8ਵੇਂ ਪਾਤਸ਼ਾਹ ਤੱਕ, 9ਵੇਂ ਪਾਤਸ਼ਾਹ ਦਾ ਨਾਂ ਹੀ ਨਹੀਂ ਲੈਂਦੇ। ਬਾਰ-ਬਾਰ ਅਰਦਾਸ ਕਰਕੇ ਟੋਭੇ ਉਤਾਰਦੇ ਆ ਵਿੱਚ, ਟੋਭਿਆਂ ਨੂੰ ਡੁੱਬੀਆਂ ਲਾਉਣ ਵਾਲਿਆਂ ਨੂੰ ਲੱਭਦਾ ਨਹੀਂ। ਤੇ ਅਖੀਰ ਕੋਈ ਸਿਆਣਾ ਬੰਦਾ ਕਹਿਣ ਲੱਗਿਆ ਵੀ ਐਂ ਕਰੋ, ਤੁਸੀਂ 8ਵੇਂ ਪਾਤਸ਼ਾਹ ਤੋਂ ਗਾਹਾਂ ਤੇਗ ਬਹਾਦਰ ਜੀ ਦਾ ਨਾਮ ਲੈ ਕੇ ਅਰਦਾਸ ਕਰੋ, ਵੀ ਹੋ ਸਕਦਾ ਉਹ 9ਵੇਂ ਗੁਰੂ ਹੋਣ, ਆਪਾਂ ਆਪੇ ਗੁਰੂ ਬਣੀ ਜਾਂਦੇ ਆ। ਤੇ ਜਿਸ ਵੇਲੇ ਉਹਨਾਂ ਨੇ ਤੇਗ ਬਹਾਦਰ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੇਗ ਬਹਾਦਰ ਜੀ ਸਹਾਇਤਾ ਕਰੋ, ਜੋ ਸਰੂਪ ਹੈ ਸਾਨੂੰ ਦਿਵਾਓ ਬਿਆਸਾ ਤੋਂ। ਤੇ ਉਸੇ ਵੇਲੇ ਹੀ ਗੁਰੂ ਪਿਆਰਿਓ ਜਦੋਂ ਮਾਰੀ ਟੋਭਿਆਂ ਨੇ ਚੁੱਭੀ ਤੇ ਥੱਲੇ ਰੇਤਾ ਫਰੋਲਿਆ, ਬਰੇਤੀ ਫਰੋਲੀ ਤੇ ਥੱਲਿਓ ਮੰਜੀ ਸਾਹਿਬ ਦਾ ਪਾਵਾ ਹੱਥ ਆ ਗਿਆ। ਮੰਜੀ ਸਾਹਿਬ ਦੇ ਉਸ ਦੇ ਉੱਤੋਂ ਦੀ ਬਰੇਤੀ ਫਿਰ ਗਈ ਸੀਗੀ ਤੇ ਬਾਹਰ ਕੱਢਿਆ ਸਰੂਪ ਨੂੰ, ਰੁਮਾਲੇ ਲਾਹੇ ਤਾਂ ਗੁਰਬਾਣੀ ਜਿਹੜੀ ਸੀ ਨਾ, ਹਾਸ਼ੀਏ ਦੇ ਬਾਹਰ ਪਾਣੀ ਲੱਗਿਆ ਸਰੂਪ ਨੂੰ, ਅੰਦਰ ਪਾਣੀ ਨਹੀਂ ਜਾ ਸਕਿਆ ਤੇ ਕੋਈ ਵੀ ਅੱਖਰ ਜਿਹੜਾ ਗਿੱਲਾ ਹੋ ਕੇ ਖਰਾਬ ਨਹੀਂ ਹੋਇਆ। ਕੋਈ ਸਤਨਾਮ ਸੀ। ਉੱਥੋਂ ਸੰਗਤਾਂ ਨੂੰ ਇਹ ਭਰੋਸਾ ਹੋ ਗਿਆ ਵੀ ਵਾਕਿਆ ਸ਼ਕਤੀ ਤਾਂ ਗੁਰੂ ਤੇਗ ਬਹਾਦਰ ਕੋਲ ਹੀ ਆ। ਬਾਬਾ ਬਕਾਲੇ ਜੋ 8ਵੇਂ ਪਾਤਸ਼ਾਹ ਨੇ ਕਿਹਾ ਸੀ, ਉਹ ਤੇਗ ਬਹਾਦਰ ਨੇ ਕਿਹਾ ਸੀਗਾ। ਪਰ ਉਸ ਤੋਂ ਬਾਅਦ ਵੀ ਧੀਰਮਲ ਗੁਰੂ ਗ੍ਰੰਥ ਸਾਹਿਬ ਜੀ ਦੀ ਚੜ੍ਹਾਵਾ ਪੂਜਾ ਖਾਂਦਾ ਰਿਹਾ, ਲੋਕ ਇਹਨੂੰ ਮੱਥੇ ਟੇਕਦੇ ਰਹੇ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੋੜ ਪਈ ਤਾਂ ਉਹਨਾਂ ਨੇ ਸਿੰਘਾਂ ਦਾ ਜਥਾ ਜਿਹੜਾ ਹੈ ਇੱਕ ਕਰਤਾਰਪੁਰ ਭੇਜਿਆ ਧੀਰਮਲ ਦੇ ਕੋਲ, ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਦਿੱਤਾ ਜਾਵੇ। ਕਹਿੰਦੇ ਇਸ ਅਸਥਾਨ ਦਮਦਮਾ ਸਾਹਿਬ ਤਲਵੰਡੀ ਦੇ ਉੱਪਰ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵੀ ਚਰਨ ਪਏ ਹਨ। ਤੇ ਗੁਰੂ ਪਿਆਰਿਓ, ਉਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਨੂੰ ਕਿਸੇ ਸਿੱਖ ਨੇ ਬੇਨਤੀ ਕੀਤੀ ਸੀ, ਮਹਾਰਾਜ ਜਿਵੇਂ ਪਹਿਲੇ 5 ਗੁਰੂਆਂ ਨੇ ਬਾਣੀ ਰਚੀ ਹੈ ਤੇ ਤੁਸੀਂ ਵੀ ਕੋਈ ਬਾਣੀ ਰਚੋ। ਤੇ 6ਵੇਂ ਪਾਤਸ਼ਾਹ ਜੀ ਕਹਿੰਦੇ ਸਿੱਖੋ ਅਸੀਂ ਹੁਣ ਨਹੀਂ ਬਾਣੀ ਰਚਣੀ, ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ ਹੈ। 10ਵੇਂ ਜਾਮੇ ਵਿੱਚ ਬਾਣੀ ਅਸੀਂ ਜਿਹੜੀ ਹੈ ਦੁਬਾਰਾ ਇਕੱਤਰ ਕਰਾਂਗੇ, ਫਿਰ ਰਚਨਾ ਕਰਾਂਗੇ ਬਾਣੀ ਦੀ। ਉਹ 10ਵਾਂ ਜਾਮਾ ਹੁਣ ਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤੇ ਉਹਨਾਂ ਦੇ ਕੋਲ 9ਵੇਂ ਪਾਤਸ਼ਾਹ ਦੀ ਸਾਰੀ ਬਾਣੀ ਹੈ ਜੋ ਦਿੱਲੀ ਦੀ ਜੇਲ੍ਹ ਵਿੱਚ ਬੈਠ ਕੇ ਉਚਾਰਨ ਕੀਤੀ ਹੈ ਪਾਤਸ਼ਾਹ ਜੀ ਨੇ। 9ਵੇਂ ਪਾਤਸ਼ਾਹ ਦੀ ਦੇ ਸ਼ਲੋਕ ਤੇ ਹੋਰ ਵੀ ਅਨੇਕਾਂ ਸ਼ਬਦ ਜੋ ਤਾਂਹ ਪ੍ਰਥਾਂ ਰਾਗਾਂ ਦੇ ਵਿੱਚ ਸਤਿਗੁਰਾਂ ਨੇ ਰਚਨੇ ਕੀਤੇ, ਲਿਖਣੇ ਕੀਤੇ। ਜਿਸ ਵੇਲੇ ਕਹਿੰਦੇ ਜਥਾ ਗਿਆ ਧੀਰਮਲ ਦੇ ਕੋਲ, ਬਈ ਤੁਹਾਡੇ ਕੋਲੋਂ ਅਸੀਂ ਸਰੂਪ ਲੈਣ ਵਾਸਤੇ ਆਏ ਹਾਂ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਵਿੱਤਰ ਬਾਣੀ ਦੇ ਅਰਥ ਕਰਕੇ ਸੰਗਤਾਂ ਨੂੰ ਸੁਣਾਉਣੇ ਆ। ਨਿਮਰਤਾ ਸਹਿਤ ਬੇਨਤੀ ਕੀਤੀ ਸਿੰਘਾਂ ਨੇ, ਪਰ ਉਸ ਧੀਰਮਲ ਨੇ ਜਵਾਬ ਦੇ ਦਿੱਤਾ, ਕਹਿੰਦਾ ਇਹ ਤਾਂ ਸਾਡੇ ਬਾਬੇ ਦੀ ਬਾਣੀ ਹੈ। ਸਿੰਘਾਂ ਨੇ ਕਿਹਾ ਬਾਬਿਆਂ 'ਚ ਕੋਈ ਫਰਕ ਨਹੀਂ ਹੁੰਦਾ, ਤੁਹਾਡਾ ਬਾਬਾ ਤੇ ਸਾਡਾ ਬਾਬਾ ਕੋਈ ਦੋ ਨਹੀਂ। ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਹੜੇ 5ਵੇਂ ਪਾਤਸ਼ਾਹ ਸੀ ਉਹੀ 10ਵੇਂ ਪਾਤਸ਼ਾਹ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਗੁਰਬਾਣੀ ਦੇ ਅਰਥ ਸੁਣਾ ਦਿਓ, ਤਾਂ ਉਹ ਕਹਿੰਦੇ ਸੀ ਸਰੂਪ ਲੈ ਕੇ ਆਓ। ਤਾਂ ਧੀਰ ਮੱਲੀਆ ਹੰਕਾਰ ਵਿੱਚ ਗੁੱਸੇ ਵਿੱਚ ਕਹਿਣ ਲੱਗਿਆ, ਜੇ ਉਹ ਗੁਰੂ ਹੈ ਤੇ ਆਪਣੀ ਆਤਮਿਕ ਸ਼ਕਤੀ ਨਾਲ ਆਪੇ ਨਵੀਂ ਬੀੜ ਲਿਖ ਲਵੇ, ਮੈਂ ਨਹੀਂ ਦਿੰਦਾ ਇਹ। ਜਦ ਉਸਨੇ ਇਹ ਬੀੜ ਨਾ ਦਿੱਤੀ, ਸਿੰਘ ਵਾਪਸ ਆ ਗਏ ਉਦਾਸ ਹੋ ਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚੇ। ਪਾਤਸ਼ਾਹ ਨੇ ਪੁੱਛਿਆ, ਹਾਂ ਵੀ ਬੀੜ ਨਹੀਂ ਲਿਆਂਦੀ? ਕਹਿੰਦੇ ਜੀ ਧੀਰਮਲ ਤਾਂ ਇੱਦਾਂ ਬੋਲਿਆ। ਕਿੱਦਾਂ ਬੋਲਿਆ ਦੱਸੋ ਪੂਰੀ ਗੱਲ। ਅਸੀਂ ਜਾ ਕੇ ਬੇਨਤੀ ਕੀਤੀ, ਉਹਨੇ ਜਵਾਬ ਦਿੱਤਾ ਬਈ ਜੇ ਗੁਰੂ ਹੈ ਤੇ ਆਪ ਆਤਮਿਕ ਬਲ ਨਾਲ ਆਪੇ ਲਿਖ ਲਵੇ। ਕਹਿੰਦੇ ਬਸ ਇਹ ਵੀ ਵੱਡੀ ਗੱਲ ਹੈ, ਆਪਾਂ ਨੂੰ ਹੁਕਮ ਤਾਂ ਆ ਗਿਆ ਨਾ ਉੱਥੋਂ। ਕੋ ਸਤਨਾਮ। ਇਹ ਧੀਰਮਲ ਦੇ ਅੰਦਰੋਂ ਗੁਰੂ ਸਾਹਿਬਾਂ ਨੇ ਹੁਕਮ ਕੀਤਾ, ਗੁਰੂ ਅਰਜਨ ਦੇਵ ਜੀ ਨੇ ਕੀਤਾ, ਆਓ ਫਿਰ ਆਪਾਂ ਹੁਣ ਉਵੇਂ ਹੀ ਰਚ ਲੈਂਦੇ ਹਾਂ। ਤਾਂ ਜਿਹੜੇ ਪਹਿਲਾਂ ਗੁਰੂ ਪਿਆਰੋ ਲੋਕਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਵੀ ਕੁਝ ਗੁਰਬਾਣੀ ਦੀਆਂ ਪੋਥੀਆਂ ਲਿਖ ਲਈਆਂ ਸੀ, ਆਪਣੀ ਮਨਮੱਤ ਵੀ ਵਿੱਚ ਵਾੜ ਦਿੱਤੀ ਸੀ। ਸਤਿਗੁਰਾਂ ਨੇ ਉਸ ਨੂੰ ਵੀ ਖਤਮ ਕਰਨਾ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤਾਂ ਨੂੰ ਕੋਈ ਭੁਲੇਖਾ ਨਾ ਪਵੇ। ਤਾਂ ਇਸ ਕਰਕੇ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਜਿਹੜੀ ਉਹ ਬੀੜ ਸੀ ਉਹ ਨਾ ਦਿੱਤੀ,
ਉਸ ਦਿਨ ਇਹ ਬਚਨ ਹੋਇਆ। ਉਸ ਦਿਨ ਬਚਨ ਹੋਇ ਕੈ ਜੋ ਗੁਰ ਸਾਹਿਬ ਨੇ। ਤਾਂ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਹੈ ਜੀ। ਬੀੜ ਬਦੀ ਅੰਮ੍ਰਿਤਸਰ ਗੁਰੂ ਅਰਜਨ ਹੋਰਾਂ ਨੇ। ਜਿਹੜੀ ਗੁਰੂ ਅਰਜਨ ਦੇਵ ਜੀ ਨੇ ਬੀੜ ਬਣਾਈ ਸੀ, ਸੋਹ ਫਿਰ ਦਮ ਦਮੇ ਬੀੜ ਰਚਨਾ ਕਰੂੰਗਾ। ਇਹ ਗੱਲ ਛੇਵੇਂ ਪਾਤਸ਼ਾਹ ਜੀ ਨੇ ਕਹੀ ਸੀ ਸਿੱਖਾਂ ਨੂੰ। ਉਸ ਦੀ ਕਰਤਾਰਪੁਰ ਵਾਲੇ ਸੋਢੀਆਂ ਨੇ। ਤਾਂ ਉਹ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਉਹ ਸੋਢੀਆਂ ਨੇ ਨਾਂ ਦਿੱਤੇ। ਤਾਂ ਬਾਣੀ ਦੇ ਉਚਾਰਨ ਹਿਤ ਤਾਂ ਆਗਿਆ ਕਰੀ। 10ਵੇਂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਅਗਲੀ ਬਾਣੀ ਉਚਾਰਨ ਵਾਸਤੇ ਹੁਕਮ ਤਾਂ ਹੋ ਗਿਆ। ਮਣੀ ਸਿੰਘ ਹੋਰਾਂ ਨੂੰ ਕਰਨ ਹਿਤ ਅਗਵਾਈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਓ ਭਾਈ ਮਣੀ ਸਿੰਘ, ਤੁਸੀਂ ਸਾਡੇ ਕੋਲ ਬੈਠੋ। ਔਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕਈ ਭਾਸ਼ਾਵਾਂ ਸਿੱਖੀਆਂ ਸਨ, ਖਾਲਸੇ ਨੌਵੇਂ ਗੁਰੂ ਦੀ ਬਾਣੀ ਵਿੱਚ ਲਿਖਣ ਦੀ ਬੀੜ। ਤਾਂ ਆਓ ਤੁਸੀਂ ਨਾਲ ਸਾਡੇ ਮਦਦ ਕਰੋ, ਅਸੀਂ ਬਾਣੀ ਉਚਾਰਾਂਗੇ, ਨਾਲ ਨਾਲ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਵਿੱਚ ਰਚਨੀ ਕਰਾਂਗੇ। ਤੁਸੀਂ ਸਾਡਾ ਸਾਥ ਦਿਓ ਤਾਂ ਵਿੱਚ ਹੈ ਖੁਸ਼ੀ। ਤਾਂ ਗੁਰੂ ਪਿਆਰਿਓ, ਭਾਈ ਜੀ ਨੇ ਆਖਿਆ ਸਤ ਬਚਨ ਜੀ, ਜੇ ਆਗਿਆ ਹੈ ਹਜੂਰ ਦੀ, ਜੇ ਆਪ ਜੀ ਦਾ ਹੁਕਮ ਹੈ ਤਾਂ ਅਸੀਂ ਜ਼ਰੂਰ ਇਹ ਕੰਮ ਕਰਾਂਗੇ। ਪਰ ਸਾਡੇ ਵਿੱਚ ਇੰਨੀ ਤਾਕਤ ਕਿੱਥੇ ਹੈ? ਤਾਂ ਗੁਰੂ ਜੀ ਬੋਲੇ, ਗੁਰੂ ਕੀ ਤਾਂ ਭਾਈ ਜੇ ਆਖਿਆ ਸਤ ਬਚਨ ਜੀ। ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੀ, ਉਸ ਪਰਮੇਸ਼ਰ ਦਾ ਹੁਕਮ ਹੈ, ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਤੇ ਤੁਸੀਂ ਬਾਣੀ ਲਿਖਣੀ ਜਾਣ ਕਰੋ। ਆਗਿਆ ਹੈ ਹਜੂਰ ਕੀ। ਤਾਂ ਉਸ ਵੇਲੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜੋ ਆਪ ਜੀ ਦਾ ਹੁਕਮ। ਤਾਂ ਭਾਈ ਜੇ ਲੱਗੇ ਬੀੜ। ਬੀੜ ਲਿਖਣ ਲੱਗੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ, ਸ਼ਾਹੀ ਕਲਮਾਂ ਤਿਆਰ ਕਰਨੀਆਂ, ਕਾਗਜ਼ ਤਿਆਰ ਕਰਨੇ ਹਨ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਵੇਲੇ ਗੁਰੂ ਪਿਆਰਿਓ ਬਾਣੀ ਉਚਾਰਨ ਕਰਦੇ ਆ, ਕਹਿੰਦੇ ਤੰਬੂ 'ਚ ਬੈਠ ਕਰਕੇ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਣ ਲੱਗੇ ਹਨ। ਬੀੜ ਲਿਖਣ ਹੁਕਮ ਗੁਰਾਂ ਦੇ ਨਾਲ ਉਸ ਜਗ੍ਹਾ ਦਾ। ਤਾਂ ਗੁਰੂ ਪਿਆਰਿਓ, ਜਦੋਂ ਦਮਦਮਾ ਸਾਹਿਬ ਵਿਖੇ ਬੀੜ ਸਾਹਿਬ ਦੀ ਰਚਨਾ ਹੋਈ, ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ, ਤਾਂ ਉਹ ਜਗ੍ਹਾ ਦਾ ਨਾਮ ਵੀ ਸਤਿਗੁਰਾਂ ਨੇ ਰੱਖ ਦਿੱਤਾ। ਨਾ ਤਖਤ ਸਾਹਿਬ ਹੋਇਆ ਪ੍ਰਸਿੱਧ ਚੌਥਾ। ਤਾਂ ਇਹ ਚੌਥਾ ਤਖਤ ਜਿਹੜਾ ਦਮਦਮਾ ਸਾਹਿਬ ਤਲਵੰਡੀ ਪ੍ਰਗਟ ਹੋ ਗਿਆ। ਫਿਰ ਕਹੋ ਸਤਨਾਮ। ਸ੍ਰੀ ਵਾਹਿਗੁਰੂ। ਪੰਜਵਾਂ ਫਿਰ ਨੰਦੇੜ ਸਾਹਿਬ ਜਾ ਕੇ ਬਣਦਾ। ਇਸ ਤਰ੍ਹਾਂ ਇਹ ਚੌਥਾ ਤਖਤ ਸ੍ਰੀ ਦਮਦਮਾ ਸਾਹਿਬ ਪ੍ਰਚਲਿਤ ਹੋ ਗਿਆ। ਜਦੋਂ ਹਜੂਰ ਗੁਰਾਈ ਜਾਂਦੀ ਤਾਂ ਸੁਖ ਆਇਤ। ਤਾਂ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਤੇ ਭਾਈ ਮਣੀ ਸਿੰਘ ਹੋਰ ਜੀ ਹੁਕਮ ਨਾਲ ਲਿਖਦੇ ਜਾਂਦੇ, ਤੇ ਨਾਲ ਹੀ ਸਤਿਗੁਰਾਂ ਨੇ ਜਦੋਂ ਪਾਤਸ਼ਾਹ ਗਰਾਈ ਜਾਂਦੇ, ਭਾਵ ਇੱਧਰ ਉੱਧਰ ਜਾਂਦੇ ਕਿਤੇ ਵਿਚਰਦੇ ਆਸੇ ਪਾਸੇ, ਤੇ ਉਸ ਵੇਲੇ ਸਿੱਖਾਂ ਨੂੰ ਬਾਬਾ ਦੀਪ ਸਿੰਘ ਭਾਈ ਮਣੀ ਸਿੰਘ ਨੂੰ ਹੁਕਮ ਦਿੰਦੇ। ਹੁਕਮ ਨਾਲ ਹੋਰ ਉਤਾਰੇ ਕਰਦੀ ਚਾਰ ਹੋਏ ਉਤਾਰੇ ਬੀੜ ਉਸਦੇ। ਤਾਂ ਹੋਰ ਉਤਾਰੇ ਕਰਵਾਏ ਬਾਬਾ ਦੀਪ ਸਿੰਘ ਹੋਰਾਂ ਤੋਂ, ਤੇ 4 ਉਤਾਰੇ ਉਸ ਦੇ ਕੀਤੇ ਗਏ। ਵਿਸਾਖੀ ਵਾਲੇ ਦਿਨ ਸਤਿਗੁਰਾਂ ਨੇ ਇਹ ਰਚਨਾ ਆਰੰਭ ਕੀਤੀ। ਅੰਮ੍ਰਿਤ ਵੇਲੇ ਜਿਹੜੀ ਹੈ ਬਾਣੀ ਰਚੀ ਜਾਂਦੀ, ਭਾਵ ਤੰਬੂ ਦੇ ਵਿੱਚ ਇਕਾਗਰ ਚਿੱਤ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਉਚਾਰਨ ਕਰਦੇ। ਇੰਨ ਬਿੰਨ ਸਾਰੀ ਬਾਣੀ ਉਹੋ ਹੀ ਹੈ ਜਿਹੜੀ ਕਰਤਾਰਪੁਰ ਵਾਲੀ ਬੀੜ ਵਿੱਚ ਹੈ। ਵੱਧ ਹੈ ਕੇਵਲ ਨੌਵੇਂ ਪਾਤਸ਼ਾਹ ਜੀ ਦੀ ਬਾਣੀ। ਕੋ ਸਤਨਾਮ ਸ੍ਰੀ। ਤਾਂ ਜਿੱਥੇ ਦੱਸਦੇ ਆ ਬਾਬਾ ਕਬੀਰ ਸਾਹਿਬ ਜੀ ਨੇ ਲਿਖਿਆ ਸੀ, ਕਹੋ ਕਬੀਰ ਜਨ ਭਏ ਖਲਾਸੇ, ਉੱਥੇ ਸਤਿਗੁਰੂ ਗੋਬਿੰਦ ਸਿੰਘ ਨੇ ਲਿਖਤਾ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ। ਕਹੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਇਹ ਮੋਹਰ ਹੈ, ਖਾਲਸਾ ਸ਼ਬਦ ਹੈ ਜਿਹੜਾ ਉਹਦੇ ਵਿੱਚ ਦਮਦਮੀ ਬੀੜ, ਭਾਵ ਜੋ ਸਾਡੇ ਕੋਲ ਵਿਰਾਜਮਾਨ ਸਰੂਪ ਹੈ ਸਤਿਗੁਰਾਂ ਦੇ। ਇਸ ਤਰ੍ਹਾਂ ਗੁਰੂ ਪਿਆਰਿਓ, ਭਾਈ ਸਾਹਿਬ ਜੀ ਲਿਖਦੇ ਹਨ, ਸਵਾ ਵੈਸਾਖੀ ਤੋਂ ਨਿਤ ਬਾਣੀ ਦੀ ਰਚਨਾ ਹੋਵੇ ਸਵਾ ਪਹਿਰ। ਤਾਂ ਤੜਕੇ ਤੜਕੇ ਸਵਾ ਪਹਿਰ ਵਿਸਾਖੀ ਵਾਲੇ ਦਿਨ ਆਰੰਭ ਕੀਤੀ ਗਈ ਹੈ ਰਚਨਾ, ਔਰ ਸਵਾ ਪਹਿਰ ਤੱਕ ਇਹ ਬਾਣੀ ਰਚੀ ਜਾਂਦੀ। ਤਿਉ ਚੜੀ ਤੱਕ ਉਤਾਰੇ ਪੀ ਹੋਵਣ ਬੀੜ ਦੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਫਿਰ ਦਿਨ ਚੜ੍ਹਦੇ ਤੱਕ ਇਸ ਬਾਣੀ ਦੇ
ਉਤਾਰੇ ਵੀ ਕੀਤੇ ਜਾਂਦੇ। ਪੂਰਨ ਹੋਣ ਤੇ ਗੁਰੂ ਜੀ ਨੇ ਭਾਰੀ ਜਗਤ ਕੀਤਾ। ਤਾਂ ਉਸ ਤੋਂ ਬਾਅਦ ਜਦ ਸੰਪੂਰਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਸਤਿਗੁਰਾਂ ਨੇ ਭਾਰੀ ਜਗ ਕੀਤਾ, ਭਾਵ ਇੱਕ ਵੱਡਾ ਲੰਗਰ ਕੀਤਾ। ਭਾਦੋ ਵਧੀ ਤੀਜ ਨੂੰ ਕੜਾਹਾ ਪ੍ਰਸਾਦੀ ਦੇਗ ਵਰਤਾਈ। ਤਾਂ ਭਾਦੋਂ ਵੱਦੀ ਤੀਜ ਵਾਲੇ ਦਿਨ, ਆਪਾਂ ਦੂਜ ਵਾਲੇ ਦਿਨ ਇਹ ਗੁਰੂ ਪਿਆਰੋ ਸੰਪੂਰਨਤਾ ਦਿਵਸ ਮਨਾਉਂਦੇ ਹਾਂ। ਤਾਂ ਤੀਜ ਵਾਲੇ ਦਿਨ ਕਹਿੰਦੇ ਭੋਗ ਪਾਇਆ ਗਿਆ, ਸੰਪੂਰਨ ਹੋ ਗਿਆ ਸਾਰਾ। ਗੁਰੂ ਤੇਗ ਬਹਾਦਰ ਜੀ ਕੀ ਬਾਣੀ ਚੜੀ ਔਰ ਇਸ ਬਾਣੀ ਦੇ ਵਿੱਚ ਬਾਕੀ ਸਾਰੀ ਬਾਣੀ ਕਰਤਾਰਪੁਰ ਸਾਹਿਬ ਵਾਲੀ ਬੀੜ ਦੀ ਹੈ, ਭਾਵ ਜੋ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਸੀ ਉਹੋ ਹੀ ਆ। ਇਹਦੇ ਵਿੱਚ ਵਾਧਾ ਕੀ ਪਾਇਆ ਹੈ? ਨੌਵੇਂ ਪਾਤਸ਼ਾਹ ਜੀ ਦੀ ਬਾਣੀ ਥਾਂ ਪਰ ਥਾਂ ਰਾਗਾਂ ਦੇ ਮੁਤਾਬਕ ਚੜਾ ਦਿੱਤੀ ਤੇ ਅਖੀਰ ਤੇ ਭੋਗ ਦੇ ਸ਼ਲੋਕ ਲਿਖਣੇ ਕੀਤੇ ਹਨ। ਭੋਗ ਮੁਦਾਵਣੀ ਤੇ ਪਾਇਆ ਗੁਰੂ ਗ੍ਰੰਥ ਜੀ ਕਾ। ਉਸੇ ਤਰ੍ਹਾਂ ਹੀ ਮੰਦਾਵਨੀ ਤੇ ਭੋਗ ਪਾਇਆ ਜਾਂਦਾ। ਫਿਰ ਤੇਰਾ ਕੀਤਾ ਜਾਤੋ ਨਹੀਂ, ਇਹ ਸ਼ਬਦ ਸਾਰੇ ਉਸੇ ਤਰ੍ਹਾਂ ਲਿਖ ਦਿੱਤੇ ਜੀ। ਭਾਦੋ ਵਧੀ ਤੀਜ ਨੂੰ ਏਕਮਾ ਤੇ ਬਹੁਤ ਉਤਸ਼ਾਹ ਕੀਤੀਆ। ਇਸ ਤਰ੍ਹਾਂ ਭਾਦੋ ਵਧੀ ਤੀਜ ਨੂੰ ਪਾਤਸ਼ਾਹ ਜੀ ਕਹਿੰਦੇ ਬੜਾ ਉਤਸ਼ਾਹ ਮਨਾਇਆ ਗਿਆ। ਅੰਮ੍ਰਿਤ ਛਕਾਏ 84 ਕੱਟੀ ਖਾਲਸੇ ਦੀ। ਤੇ ਅੰਮ੍ਰਿਤ ਵੀ ਛਕਾਏ ਗਏ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ। ਔਰ ਕੜਾਹੇ ਪਰ ਅੰਮ੍ਰਿਤ ਦੇ ਬਣਾ ਕੇ ਸਰੋਵਰ ਦੇ ਵਿੱਚ ਵੀ ਪਾਏ ਗਏ, ਕਿਉਂਕਿ ਨੌਵੇਂ ਪਾਤਸ਼ਾਹ ਦਾ ਬਚਨ ਇੱਥੇ 10ਵੇਂ ਪਾਤਸ਼ਾਹ ਨੇ ਇੱਕ ਹੋਰ ਪੂਰਾ ਕੀਤਾ ਹੈ। ਨੌਵੇਂ ਪਾਤਸ਼ਾਹ ਜੀ ਨੇ ਇਹ ਸਰੋਵਰ ਦਾ ਟੱਕ ਲਾਇਆ ਸੀ। 5 ਟੱਕ 5 ਵਾਰੀ ਦਾ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਦਸ਼ਾਲੇ ਵਿੱਚ ਮਿੱਟੀ ਪਾ ਕੇ ਬਾਹਰ ਸਿੱਟੀ ਸੀ। ਕਾਰ ਸ਼ੁਰੂ ਕੀਤੀ ਸੀ, ਭਾਵ ਟੱਕ ਲਾਇਆ ਸੀ ਨੌਵੇਂ ਪਾਤਸ਼ਾਹ ਜੀ ਨੇ ਆਪ। ਤੇ ਨਾਲ ਇਹ ਬਚਨ ਕੀਤਾ ਸੀਗਾ ਕਿ ਇਹ ਬਹੁਤ ਮਹਾਨ ਗੁਰੂਸਰ ਸਰੋਵਰ ਹੋਵੇਗਾ, ਅੰਮ੍ਰਿਤ ਸਰੋਵਰ ਹੋਵੇਗਾ। ਜਿਹੜਾ ਇੱਥੋਂ ਜਲ ਛਕ ਲਵੇਗਾ ਉਸ ਨੂੰ ਵੀ ਸਿੱਖੀ ਪ੍ਰਾਪਤ ਹੋਵੇਗੀ। ਤਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਆਪਾਂ ਪਿੱਛੇ ਸਰਵਣ ਕੀਤਾ ਸੀਗਾ ਨਾ ਕਿ ਕੜਾਹ ਪ੍ਰਸ਼ਾਦ ਬਣਾ ਕੇ ਕਿਹਾ ਲੁੱਟ ਲਓ, ਕੌਤਕ ਕੀਤਾ ਸੀਗਾ। ਤੇ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਨੇ ਅੰਮ੍ਰਿਤ ਦੇ ਬਾਟੇ ਕੜਾਹੇ ਵਿੱਚ ਅੰਮ੍ਰਿਤ ਤਿਆਰ ਕਰਨਾ, ਬਾਣੀਆਂ ਪੜ੍ਹ ਕੇ, ਤੇ ਫਿਰ ਉਹ ਕੜਾਹੇ ਜਿਹੜੇ ਸਨ ਉਹ ਸਰੋਵਰ ਦੇ ਵਿੱਚ ਪਾਉਣੇ ਕੀਤੇ। ਬੜੇ ਵਰਦੀ ਨੇ ਇਸ ਸਥਾਨ ਕੋ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਥੇ ਬਹੁਤ ਸਾਰੇ ਵਰ ਵੀ ਦੇਣੇ ਕੀਤੇ ਜੀ। ਭਾਈ ਡੱਲਾ ਕੋ ਅਰ ਸਰਬਤ ਕੋ ਤਾਰਿਆ। ਭਾਈ ਡੱਲੇ ਤੇ ਬਖਸ਼ਾਂ ਕੀਤੀਆਂ, ਆਈਆਂ ਸੰਗਤਾਂ ਦੇ ਬਖਸ਼ਾਂ ਕੀਤੀਆਂ। ਭਾਈ ਮਣੀ ਸਿੰਘ ਹੋਰਾਂ ਨੂੰ ਹੁਕਮ ਹੋਇਆ। ਜਦੋਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਗਈ, 4 ਉਤਾਰੇ ਹੋਰ ਹੋ ਗਏ, ਤਾਂ ਭਾਈ ਮਣੀ ਸਿੰਘ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਸ੍ਰੀ ਅੰਮ੍ਰਿਤਸਰ ਵਿਖੇ ਜਾਏ ਤੁਰਤ ਹੀ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਣੀ ਸਿੰਘ ਤੁਸੀਂ ਇੱਕ ਸਰੂਪ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜਾਓ, ਤੁਰੰਤ ਹੀ ਉੱਥੇ ਪ੍ਰਕਾਸ਼ਵਾਨ ਕਰੋ। ਤੁਰਤ ਹੀ ਹਜੂਰ ਆਵੋ ਬੀੜ ਨੂੰ। ਤੁਰੰਤ ਹੀ ਉੱਥੇ ਜਾ ਕਰਕੇ ਬੀੜ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਖੇ ਸਥਾਪਨ ਕਰਕੇ ਉਤਾਰਾ ਇਸ ਦਾ, ਆ ਜਿਹੜੇ ਉਤਾਰੇ ਆਪਾਂ 4 ਕੀਤੇ ਹਨ, ਇਹਨਾਂ ਚੋਂ ਇੱਕ ਉਤਾਰਾ ਤਖਤ ਸਾਹਿਬ ਤੇ ਭਾਵ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕਰਕੇ ਆਓ। ਹੋਰ ਬੀੜਾ ਹੋਰ ਨਾ ਭਾਈ ਕਲਿਆ ਕੁਰਧਾਮ। ਤੇ ਇਸ ਤਰ੍ਹਾਂ ਸਤਿਗੁਰਾਂ ਨੇ 4 ਤਖਤਾਂ ਦੇ ਉੱਤੇ 4 ਬੀੜਾਂ ਭੇਜ ਦਿੱਤੀਆਂ। ਹਜੂਰ ਨੇ ਤਾਂ ਸਰਬਤ ਜੈ ਜੈਕਾਰ ਹੋਇਆ। ਤਾਂ ਬੜੀਆਂ ਜੈ ਜੈਕਾਰਾਂ ਹੋਈਆਂ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਨਵੇਂ ਸਿਰਿਓਂ ਹੋ ਗਈ। ਔਰ ਸਾਡੇ ਕੋਲ ਸਤਿਗੁਰਾਂ ਨੇ ਇਹ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਬਹੁਤ ਸਾਰੇ ਹੁਕਮ ਵੀ ਦਿੱਤੇ। ਇਹ ਵੀ ਹੁਕਮ ਦਿੱਤਾ ਕਿ ਜਿਹੜਾ ਇਸ ਬੀੜ ਤੋਂ ਬਗੈਰ ਹੋਰ ਬੀੜ ਦੇ ਦਰਸ਼ਨ ਕਰੇਗਾ ਉਸ ਨੂੰ ਫਲ ਨਹੀਂ ਮਿਲੇਗਾ। ਮੈਂ ਤਾਂ ਇਹ ਵੀ ਸੁਣਿਆ ਕਿ ਉਹ ਅੰਨਾ ਹੋ ਜਾਵੇਗਾ। ਮਤਲਬ ਕਹਿਣ ਦਾ ਗੁਰੂ ਸਾਹਿਬ ਦਾ ਇਹ ਮਕਸਦ ਸੀਗਾ ਬਈ ਇਹੋ ਹੀ ਬੀੜ ਪ੍ਰਚਲਿਤ ਹੋਵੇ, ਕਿਤੇ ਅਲੱਗ-ਅਲੱਗ ਦੀਆਂ ਬੀੜਾਂ ਪ੍ਰਚਲਿਤ ਨਾ ਹੋ ਜਾਣ। ਕੋਈ ਕਹੇ ਸਾਡੇ ਵਾਲੀ ਸਹੀ ਹੈ, ਕੋਈ ਕਹੇ ਸਾਡੇ ਵਾਲੀ ਸਹੀ ਹੈ। ਜਿਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਨਾ, ਜੋ ਹਮਕੋ ਪਰਮੇਸ਼ਰ ਉਚਰਿਆ ਤੇਰ ਨਾਲ ਨਰਕ ਕੁੰਡ ਮੈਂ ਪਰ ਹੈ। ਜਿਸ ਤਰ੍ਹਾਂ ਬੱਚੇ ਨੂੰ ਸਮਝਾਉਣ ਵਾਸਤੇ ਕਈ ਵਾਰੀ ਮਾਸਟਰ ਡੰਡਾ ਵਿਖਾਉਂਦਾ ਨਾ, ਇਹ ਸਤਿਗੁਰੂ ਨੇ ਡੰਡੇ ਵਿਖਾਏ ਆ, ਕੋਈ ਸਤਿਨਾਮ, ਤਾਂ ਕਿ ਸਿੱਖ ਮੇਰੀ ਗੱਲ ਨੂੰ ਸਮਝਣ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਸੰਪੂਰਨਤਾ ਕਰਕੇ ਬੀੜ ਸਾਹਿਬ ਦੀ ਦਮਦਮੀ ਬੀੜ ਦੀ ਗੁਰੂ ਪਿਆਰੋ 5 ਸਰੂਪ ਤਿਆਰ ਹੋ ਗਏ। ਇੱਕ ਤਾਂ ਪਹਿਲਾਂ ਲਿਖਿਆ ਗਿਆ ਮੂਲ, ਫਿਰ ਉਸ ਤੋਂ 4 ਉਤਾਰੇ ਕੀਤੇ ਗਏ। ਇਸ ਤਰ੍ਹਾਂ ਸਤਿਗੁਰੂ ਇੱਕ ਸਰੂਪ ਆਪਣੇ ਨਾਲ ਲੈ ਗਏ।
ਚਾਰਾਂ ਤਖਤਾਂ ਤੇ 4 ਉਤਾਰੇ ਭੇਜ ਦਿੱਤੇ। ਇੱਕ ਸਰੂਪ ਸਤਿਗੁਰੂ ਜੀ ਆਪਣੇ ਨਾਲ ਜਦੋਂ ਜਾਂਦੇ ਹਨ, ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਜੰਗਲ ਦੇ ਵੱਲ, ਦੱਖਣ ਦੇ ਵੱਲ ਜਾਂਦੇ ਆ। ਇਹ ਸਾਖੀ ਅੱਗੇ ਚੱਲੇਗੀ, ਜਿਹੜੀ ਕੱਲ ਆਪਾਂ ਸਰਵਣ ਕਰ ਰਹੇ ਸੀ ਗੱਲ, ਵੀ ਗੁਰੂ ਸਾਹਿਬ ਵਾਰ-ਵਾਰ ਸਲਾਹ ਕਰਦੇ ਅਸੀਂ ਦੱਖਣ ਵੱਲ ਜਾਣਾ, ਸਾਡੇ ਨਾਲ ਚੱਲੋ ਭਾਈ। ਜਦੋਂ ਇਹ ਗੱਲ ਚੱਲੀ ਤੇ ਸਤਿਗੁਰਾਂ ਨੇ ਫਿਰ 9 ਮਹੀਨੇ ਦਮਦਮਾ ਸਾਹਿਬ ਤਲਵੰਡੀ ਵਿਖੇ ਰਹਿਣਾ ਕੀਤਾ ਤੇ 9 ਮਹੀਨਿਆਂ ਦੇ ਵਿੱਚ ਇਹ ਬਾਣੀ ਜਿਹੜੀ ਹੈ ਰੋਜ਼ਾਨਾ ਲਿਖੀ ਜਾਂਦੀ। ਪਹਿਲੇ ਦਿਨ ਜਿਹੜੀ ਬਾਣੀ ਹੈ ਉਹ ਇੱਕ ਓਂਕਾਰ ਤੋਂ ਲੈ ਕੇ ਸੋਹਿਲਾ ਸਾਹਿਬ ਤੱਕ ਲਿਖੀ ਗਈ ਤੇ ਸੋਹਿਲਾ ਸਾਹਿਬ ਤੱਕ ਲਿਖ ਕੇ ਸਵੇਰੇ ਲਿਖੀ ਜਾਂਦੀ ਤੇ ਸ਼ਾਮਾਂ ਨੂੰ ਉਸ ਦੀ ਕਥਾ ਕਰਕੇ ਸੁਣਾਉਂਦੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਤਖਤ ਦਮ ਦੇ ਸਹਿ ਪੜੇ 48 ਸਿੰਘ ਰਾਸ। ਉਸ ਵੇਲੇ ਸਤਿਗੁਰਾਂ ਦੀ ਹਜ਼ੂਰੀ ਵਿੱਚ, ਜਿਵੇਂ ਆਪ ਜੀ ਨੇਮ ਨਾਲ ਆਉਣੇ ਹੋ, ਚਲੋ ਕਈ ਸੰਗਤਾਂ ਨਵੀਆਂ ਆਉਂਦੀਆਂ, ਕਈ ਆਉਂਦੀਆਂ ਫਿਰ ਨਹੀਂ ਆਉਂਦੀਆਂ, ਕਦੇ ਆਉਂਦੀਆਂ, ਪਰ ਕਈ ਨੇਮੀ ਹੁੰਦੇ ਆ ਕਿ ਆਪਾਂ ਨਾਗਾ ਨਹੀਂ ਪਾਉਣਾ। ਉਸ ਤਰ੍ਹਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ 48 ਸਿੰਘਾਂ ਨੇ ਰੈਗੂਲਰ ਕਥਾ ਸੁਣੀ ਸਤਿਗੁਰਾਂ ਦੇ ਮੁਖ ਤੋਂ, ਨਾਗਾ ਨਹੀਂ ਪਾਇਆ। ਰੋਜ਼ਾਨਾ ਸਾਹਮਣੇ ਆ ਕੇ ਬੈਠਣਾ। ਭਾਈ ਸਾਹਿਬ ਜੀ ਨੇ ਉਹਨਾਂ 48 ਸਿੰਘਾਂ ਦੇ ਨਾਮ ਵੀ ਜਿਹੜੇ ਹਨ ਉਹ ਦੇਣੇ ਕੀਤੇ ਹਨ। ਭਾਈ ਮਨੀ ਸਿੰਘ ਜੀ ਸ਼ਹੀਦ ਗਿਆਨੀ, ਭਾਵ ਗਿਆਨੀ ਜਿਨ੍ਹਾਂ ਨੇ ਉਚਾਰਨ ਕਰਦਿਆਂ ਲਿਖ ਕਰਾਈ। ਬਾਬਾ ਦੀਪ ਸਿੰਘ ਜੀ ਸ਼ਹੀਦ ਗਿਆਨੀ ਜੀ, ਇਹ ਵੀ ਨਾਲ ਸਨ। ਬਾਬਾ ਰਾਮ ਕੋਇਰ ਜੀ, ਬਾਬਾ ਗੁਰਬਖਸ਼ ਸਿੰਘ ਜੋ ਅੰਮ੍ਰਿਤ ਛਕ ਕੇ ਬਣੇ। ਪਹਿਲਾ ਨਾਮ ਸੀ ਰਾਮ ਕੋਇਰ ਜੀ, ਜਦੋਂ ਅੰਮ੍ਰਿਤ ਛਕ ਲਿਆ ਬਾਬੇ ਬੁੱਢੇ ਕੀ ਬੰਸ ਵਿੱਚੋਂ, ਫਿਰ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ। ਤਾਂ ਉਸ ਵੇਲੇ ਗੁਰੂ ਪਿਆਰਿਓ, ਰਾਮ ਕੋਇਰ ਜੀ, ਬਾਬਾ ਕਾਹਨ ਸਿੰਘ ਜੀ, ਬਾਬਾ ਬਨੋਦ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਭਾਈ ਦਾਨ ਸਿੰਘ ਜੀ, ਦਾਨ ਸਿੰਘ ਵਾਲਾ, ਇਹ ਵੀ ਨਾਲ ਹੈ ਪਾਤਸ਼ਾਹ ਜੀ ਦੇ। ਔਰ ਇਸੇ ਤਰ੍ਹਾਂ ਹੀ ਭਾਈ ਧਰਮ ਸਿੰਘ, ਪਰਮ ਸਿੰਘ, ਭਾਈ ਰੂਪੇ ਵਾਲਿਆਂ ਦੀ ਵੰਸ਼ ਵਿੱਚੋਂ, ਭਾਈ ਸ਼ਮੀਰ ਸਿੰਘ ਪਿੰਡ ਦੀਨੇ ਕਾਂਗੜ ਵਾਲਾ, ਭਾਈ ਨੰਦ ਸਿੰਘ ਜੀ ਗੋਇਆ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ। ਔਰ ਇਸੇ ਤਰ੍ਹਾਂ ਹੀ ਭਾਈ ਧੰਨਾ ਸਿੰਘ ਜੀ ਕਵੀ ਰਾਜ, ਭਾਈ ਦਇਆ ਸਿੰਘ ਜੀ ਜੀਂਦ ਵਾਲੇ ਤੇ ਭਾਈ ਭੀਵਾ ਸਿੰਘ ਜੀ ਬਠਿੰਡੇ ਵਾਲੇ। ਇਹ ਬਠਿੰਡੇ ਦਾ ਸਿੰਘ ਹੈ ਜਿਸ ਦਾ ਨਾਮ ਇਤਿਹਾਸ ਵਿੱਚ ਆਇਆ ਹੈ। ਭਾਈ ਪਿਆਰਾ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਵੀਰ ਸਿੰਘ, ਧੀਰ ਸਿੰਘ, ਰੰਘਰੇਟੇ ਸਿੰਘ ਜਿਨ੍ਹਾਂ ਨੇ ਬੰਦੂਕ ਦੇ ਸਾਹਮਣੇ ਆ ਕੇ ਖੜਨਾ ਕੀਤਾ ਸੀ, ਭਾਈ ਸੁੰਦਰ ਸਿੰਘ ਜੀ ਪਿੰਡ ਧਰਮਕੋਟ ਵਾਲੇ, ਭਾਈ ਅਮਰ ਸਿੰਘ ਜੀ ਮੀਰਾਂਕੋਟ ਵਾਲੇ, ਭਾਈ ਤਾਰਾ ਸਿੰਘ ਜੀ ਦਿੱਲੀ ਵਾਲੇ, ਭਾਈ ਜਗਜੀਵਨ ਸਿੰਘ ਜੀ ਅੰਬਾਲੇ ਤੋਂ, ਭਾਈ ਗੋਪਾਲ ਸਿੰਘ ਜੀ ਮਣੀ ਮਾਜਰੇ ਤੋਂ, ਭਾਈ ਧਿਆਨ ਸਿੰਘ ਜੀ ਪਿੰਡ ਮਾਜਰੇ ਤੋਂ, ਭਾਈ ਬਿਸ਼ੰਬਰ ਸਿੰਘ ਜੀ ਉਜੈਨ ਵਾਲੇ। ਇਹ 2 ਪਿਓ ਪੁੱਤ ਗੁਰੂ ਕੇ ਸਿੱਖ ਸੀਗੇ। ਪਿੱਛੇ ਆਪਾਂ ਸਾਖੀ ਸਰਵਣ ਕੀਤੀ ਸੀ, ਜਦੋਂ ਉਹਨੇ ਆਪਣੇ ਪੁੱਤਰ ਨੂੰ ਗੁਰੂ ਧਾਰਨਾ ਵਾਸਤੇ ਭੇਜਿਆ ਸੀ, ਉਹਨੂੰ ਸ਼ੱਕ ਪੈ ਗਿਆ ਸੀ, ਪਰ ਫਿਰ ਆ ਕੇ ਦੁਬਾਰਾ ਗੁਰੂ ਚਰਨੀ ਲੱਗਿਆ ਸੀ। ਤਾਂ ਭਾਈ ਬਿਸ਼ੰਬਰ ਸਿੰਘ ਜੀ ਉਜੈਨ ਤੇ ਹਰਗੋਪਾਲ ਸਿੰਘ ਇਸ ਦਾ ਪੁੱਤਰ, ਇਹ ਦੋਨੇ ਪਿਓ ਪੁੱਤ। ਭਾਈ ਮਾਨ ਸਿੰਘ ਜੀ ਚੌਰਵਰਦਾਰ, ਭਾਈ ਰਾਏ ਸਿੰਘ ਜੀ ਪਿੰਡ ਰਾਮਪੁਰ ਵਾਲੇ, ਭਾਈ ਮੱਖਣ ਸਿੰਘ ਜੀ ਨਾਭੇ ਵਾਲੇ, ਭਾਈ ਮਦਨ ਸਿੰਘ ਜੀ ਪਿੰਡ ਐਤੀਆਣਾ, ਭਾਈ ਧਰਨ ਸਿੰਘ ਜੀ ਪਿੰਡ ਭਿੰਡਰ ਕਲਾਂ ਵਾਲੇ, ਜਿੱਥੇ ਭਿੰਡਰ ਕਲਾਂ ਦੇ ਵਿੱਚ ਵੀ ਇੱਕ ਟਕਸਾਲ ਚੱਲੀ ਭਿੰਡਰਾਂ ਵਾਲੇ ਸੰਤਾਂ ਤੋਂ ਪਹਿਲਾਂ ਦੀ, ਭਾਈ ਗੁਰਬਚਨ ਸਿੰਘ ਹੋਰਾਂ ਤੋਂ, ਉਦੋਂ ਵੀ ਪਹਿਲਾਂ ਤੋਂ। ਇਸ ਤਰ੍ਹਾਂ ਇਹਨਾਂ ਤੋਂ ਉਹ ਟਕਸਾਲ ਉੱਥੇ ਵੀ ਕਥਾ ਦੀ ਚੱਲੀ। ਤਾਂ ਭਾਈ ਧਰਨ ਸਿੰਘ ਜੀ ਭਿੰਡਰ ਕਲਾਂ ਵਾਲੇ, ਭਾਈ ਸੁਜਾਨ ਸਿੰਘ ਜੀ ਰੋਪੜ ਵਾਲੇ, ਭਾਈ ਜੀਵਨ ਸਿੰਘ ਜੀ ਬੋਪਾ ਰਾਏ ਵਾਲੇ, ਭਾਈ ਅਕਾਲ ਸਿੰਘ ਜੀ ਅਖਾੜੇ ਵਾਲੇ, ਭਾਈ ਪਿਰਤਪਾਲ ਸਿੰਘ ਜੀ ਰਾਵਲਪਿੰਡੀ ਵਾਲੇ ਤੇ ਭਾਈ ਦਿਆਲ ਸਿੰਘ ਜੀ ਗੋਇੰਦਵਾਲ ਵਾਲੇ, ਭਾਈ ਬਖਤਾਵਰ ਸਿੰਘ ਸੋਢੀ ਅਨੰਦਪੁਰ ਸਾਹਿਬ ਵਾਲੇ, ਭਾਈ ਦੇਵਾ ਸਿੰਘ ਜੀ ਤਰਨਤਾਰਨ ਵਾਲੇ, ਭਾਈ ਮੇਵਾ ਸਿੰਘ ਜੀ ਖੰਡੂਰ ਸਾਹਿਬ ਤੋਂ, ਭਾਈ ਧਿਆਨ ਸਿੰਘ ਜੀ ਨਨਕਾਣਾ ਸਾਹਿਬ ਤੋਂ, ਭਾਈ ਅਚਲ ਸਿੰਘ ਤਲਵੰਡੀ ਸਾਬੋ ਦੇ, ਤੇ ਭਾਈ ਜੈ ਸਿੰਘ ਰਾਜਾ ਜੈਪੁਰ ਜਿਸ ਦਾ ਨਾਮ ਜੈ ਸਿੰਘ ਆਇਆ, ਜੈਪੁਰ ਦਾ ਰਾਜਾ ਜੈ ਸਿੰਘ, ਅਤੇ ਭਾਈ ਬਿਸ਼ਨ ਸਿੰਘ, ਇਹ ਵੀ ਜੋਧਪੁਰ ਦਾ ਰਾਜਾ ਸੀਗਾ, ਤੇ ਭਾਈ ਭਾਗ ਸਿੰਘ ਆਨੰਦਪੁਰ ਸਾਹਿਬ ਤੋਂ, ਭਾਈ ਬਸਾਵਾ ਸਿੰਘ ਚੋਹਲਾ ਸਾਹਿਬ ਤੋਂ, ਭਾਈ ਘਨੀਆ ਸਿੰਘ ਤਖਤੂਪੁਰੇ ਤੋਂ, ਅਤੇ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਫੂਲਵੰਸੀ ਫੂਲਕਿਆਂ ਵਾਲੇ। ਇਸੇ ਤਰ੍ਹਾਂ ਭਾਈ ਮਲਿਆਗਰ ਸਿੰਘ ਜੀ ਨਿਰਮਲੇ, ਜਿਨ੍ਹਾਂ ਨੇ ਗੁਰੂ ਪਿਆਰਿਓ ਇੱਥੋਂ ਬਠਿੰਡੇ ਤੋਂ ਜਾ ਕੇ ਉਸ ਤੋਂ ਝੋਟੇ ਨੂੰ ਲੈ ਕੇ ਆਂਦਾ ਸੀ ਬਠਿੰਡੇ ਦੇ ਵਿੱਚ। ਉਸ ਇਹਨਾਂ ਸਾਰਿਆਂ 48 ਸਿੰਘਾਂ ਨੇ ਕਹਿੰਦੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਨੇਮ ਨਾਲ ਇੱਕ ਓਂਕਾਰ ਤੋਂ ਲੈ ਕੇ ਪੂਰੀ ਕਥਾ ਸਰਵਣ ਕੀਤੀ ਗੁਰੂ ਗ੍ਰੰਥ ਸਾਹਿਬ ਜੀ।
ਜਦੋਂ ਇਹ ਕਥਾ ਸੰਪੂਰਨ ਹੋ ਗਈ, ਹੁਣ ਇਹਨਾਂ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਗਿਆ। ਹੁਣ ਇਹਨਾਂ ਨੂੰ 4 ਛਪੇਰੇ ਭਾਈ ਕਨ੍ਹਈਆ ਵਾਲੀ ਅਵਸਥਾ ਪ੍ਰਾਪਤ ਹੋ ਗਈ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਇਹ ਸਾਰੇ ਗੁਰੂ ਪਿਆਰਿਓ ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਨੂੰ ਆਤਮਕ ਆਨੰਦ ਵਿੱਚ ਆ ਕੇ ਕਹਿਣ ਲੱਗੇ, ਮਹਾਰਾਜ ਜੀ ਨਾ ਕੋਈ ਮਿੱਤਰ ਹੈ ਨਾ ਕੋਈ ਦੁਸ਼ਮਣ ਹੈ, ਸਾਰੇ ਪਰਮੇਸ਼ਰ ਹੀ ਪਰਮੇਸ਼ਰ ਹੈ। ਉਸ ਦਾ ਨਿੰਦਾ ਦੋ ਤਿਆਗੈ, ਕੰਚਨ ਮਿੱਟੀ ਸੋਨਾ ਚਾਂਦੀ ਬਰਾਬਰ ਸਮਝਣ ਲੱਗੇ। ਇੱਕ ਦਿਨ ਕਹਿੰਦੇ ਮਹਾਰਾਜ ਸਾਨੂੰ ਤਾਂ ਆਤਮਕ ਆਨੰਦ ਲੈਣ ਦਿਓ, ਅਸੀਂ ਤਾਂ ਚੱਲੇ ਹਾਂ। ਕਹਿੰਦੇ ਤੁਸੀਂ ਕਿੱਥੇ ਚੱਲੇ ਹੋ? ਸਾਨੂੰ ਇਸ ਵਾਸਤੇ ਬ੍ਰਹਮ ਗਿਆਨ ਦਿੱਤਾ ਕਿ ਤੁਸੀਂ ਜੰਗਲਾਂ ਵਿੱਚ ਜਾ ਕੇ ਬੈਠ ਜਾਓ। ਗੁਰੂ ਨਾਨਕ ਦਾ ਮਾਰਗ ਜੰਗਲਾਂ ਵਿੱਚ ਜਾਣ ਦਾ ਨਹੀਂ ਹੈ। ਸਤਿਗੁਰਾਂ ਨੇ ਫਰਮਾਇਆ ਗੁਰਮਤ ਵਿੱਚ ਸਿਮਰਨ ਕਰਨਾ, ਕਿਰਤ ਕਰਨੀ, ਉਪਕਾਰ ਭਲਾ ਕਰਨਾ, ਸੇਵਾ ਕਰਨੀ ਇਹ ਮੁੱਖ ਕਾਰਜ ਹਨ। ਤੁਹਾਨੂੰ ਦੇਸ਼ ਦੀ ਰੱਖਿਆ, ਧਰਮ ਪ੍ਰਚਾਰ, ਉਪਕਾਰ ਵਾਸਤੇ ਸਾਜਿਆ ਗਿਆ ਹੈ। ਉਪਦੇਸ਼ ਦਿੱਤਾ ਹੈ ਗੁਰਬਾਣੀ ਦੀ ਕਥਾ ਤੁਹਾਨੂੰ ਜੰਗਲਾਂ ਵਿੱਚ ਜਾਣ ਲਈ ਨਹੀਂ ਸੁਣਾਈ। ਤੁਹਾਨੂੰ ਗੁਰਬਾਣੀ ਦੁਆਰਾ ਬ੍ਰਹਮ ਗਿਆਨ ਜੋ ਵਿਦਿਆ ਪ੍ਰਾਪਤ ਹੋਈ ਹੈ, ਇਸ ਦਾ ਸੰਸਾਰ ਵਿੱਚ ਪ੍ਰਚਾਰ ਕਰਨਾ। ਹੁਣ ਤੁਸੀਂ ਇਸ ਕਥਾ ਨੂੰ ਅੱਗੇ ਚਲਾਉਣਾ। ਇਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇਹਨਾਂ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਤੇ ਨਾਲ ਹੁਕਮ ਕੀਤਾ ਕਿ ਤੁਸੀਂ ਇਹ ਕਾਰਜ ਕਰਦਿਆਂ ਹੋਇਆਂ ਇਸ ਆਨੰਦ ਨੂੰ ਹਮੇਸ਼ਾ ਹੀ ਮਾਣੋਗੇ, ਇਹ ਤੁਹਾਡੇ ਅੰਦਰੋਂ ਜਾਵੇਗਾ ਨਹੀਂ। ਦੱਸਦੇ ਆ ਭਾਈ ਸਾਹਿਬ ਜੀ, ਕਹਿੰਦੇ ਉਸ ਵੇਲੇ ਕਿਹਾ ਭਾਈ ਮਨੀ ਸਿੰਘ ਤੂੰ ਚਲਿਆ ਜਾ ਹਰਿਮੰਦਰ ਸਾਹਿਬ, ਉੱਥੋਂ ਦਾ ਗ੍ਰੰਥੀ ਦੀ ਡਿਊਟੀ ਤੂੰ ਕਰਨੀ ਆ, ਉੱਥੋਂ ਦੀ ਸੇਵਾ ਸੰਭਾਲ ਤੂੰ ਕਰ। ਤੇਰਾ ਬੰਦ ਵੀ ਕੱਟਿਆ ਜਾਵੇ ਪਰ ਤੇਰਾ ਆਨੰਦ ਖਤਮ ਨਹੀਂ ਹੋਵੇਗਾ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਤੁਸੀਂ ਦਮਦਮਾ ਸਾਹਿਬ ਦੀ ਸੰਭਾਲ ਕਰਨੀ ਆ, ਤੁਸੀਂ ਇੱਥੇ ਟਕਸਾਲ ਚਲਾਉਣੀ ਆ। ਇੱਕ ਭਾਈ ਮਨੀ ਸਿੰਘ ਵਾਲੀ ਟਕਸਾਲ ਚੱਲੀ ਅਰਥਾਂ ਵਾਲੀ, ਫਿਰ ਇੱਕ ਬਾਬਾ ਦੀਪ ਸਿੰਘ ਤੋਂ ਚੱਲੀ, ਇੱਕ ਭਿੰਡਰ ਕਲਾਂ ਤੋਂ ਚੱਲੀ। ਕਹੋ ਸਤਿਨਾਮ। ਇਸ ਤਰ੍ਹਾਂ ਕਹਿੰਦੇ ਤੁਸੀਂ ਇੱਥੇ ਦਮਦਮੀ ਟਕਸਾਲ ਚਲਾਓ, ਬਾਬਾ ਦੀਪ ਸਿੰਘ ਨੂੰ ਕਿਹਾ, ਔਰ ਇੱਥੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰੋ। ਤੁਹਾਡਾ ਸਿਰ ਵੀ ਕੱਟਿਆ ਜਾਵੇ ਤੁਹਾਡਾ ਆਨੰਦ ਖਤਮ ਨਹੀਂ ਹੋਵੇਗਾ। ਤੇ ਵਾਕਿਆ ਹੀ ਇਹ ਵੀ ਬਚਨ 10ਵੇਂ ਪਾਤਸ਼ਾਹ ਜੀ ਦੇ ਚੱਲੇ। ਜਦੋਂ ਬਾਬਾ ਦੀਪ ਸਿੰਘ ਜੀ ਗੁਰ ਪਿਆਰਿਓ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਚੱਲੇ, ਸੀਸ ਧੜ ਨਾਲੋਂ ਜੁਦਾ ਹੋ ਗਿਆ, ਧੜ ਪਿਆ, ਸੀਸ ਪਿਆ। ਉਹਨਾਂ ਸਿੱਖਾਂ ਵਿੱਚੋਂ ਇੱਕ ਬੋਲਿਆ, ਬਾਬਾ ਤੂੰ ਤਾਂ ਕਹਿਣਾ ਸੀ ਹਰਿਮੰਦਰ ਸਾਹਿਬ ਜਾ ਕੇ ਸੀਸ ਲਾਵਾਂਗਾ, ਤੂੰ ਪਹਿਲਾਂ ਹੀ ਡਿੱਗ ਪਿਆ। ਐਸੀ ਘਟਨਾ ਘਟੀ, ਸਰੀਰ ਦੇ ਵਿੱਚ ਹਿਲਜੁਲ ਹੋਈ ਤੇ ਆਪਣੇ ਹੀ ਸਰੀਰ ਨੇ ਆਪਣਾ ਹੀ ਸਿਰ ਖੱਬੇ ਹੱਥ 'ਤੇ ਚੱਕਿਆ ਤੇ ਸੱਜੇ ਹੱਥ ਵਿੱਚ ਖੰਡਾ ਸਾਂਭਦੇ ਹੋਏ ਫਿਰ ਚੱਲ ਪਏ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪ੍ਰਤੱਖ ਹੋਏ ਆ। ਕਹੋ ਸਤਿਨਾਮ। ਤੇ ਫਿਰ ਜਦ ਖੰਡਾ ਚਲਾਇਆ ਤੇ ਫਿਰ ਤਾਂ ਮੁਗਲ ਵੇਖ ਕੇ ਹੀ ਭੱਜ ਗਏ ਵੀ ਇਹ ਸਿੱਖ ਦਾ ਵੱਢਣ ਤੋਂ ਬਾਅਦ ਵੀ ਨਹੀਂ ਮਰਦੇ ਤੇ ਹੁਣ ਇਹਨਾਂ ਨੂੰ ਕੀ ਮਾਰਾਂਗੇ ਅਸੀਂ। ਤੇ ਭੱਜਦੇ ਹੋਏ ਹਰਿਮੰਦਰ ਸਾਹਿਬ ਪਹੁੰਚੀ। ਉੱਥੋਂ ਵਾਲਿਆਂ ਨੂੰ ਦੱਸਿਆ, ਕਹਿੰਦੇ ਉਹ ਸਿੱਖ ਆਪੇ ਉਹ ਨਹੀਂ ਮਰਦੇਗੇ, ਉਹ ਤਾਂ ਵੱਡੇ ਹੋਏ ਵੀ ਉੱਠ ਖੜਦੇ ਆ। ਇੱਕ ਤਾਂ ਉੱਠ ਖੜਿਆ ਸੀ, ਕੀ ਪਤਾ ਦੂਜੇ ਵੀ ਉੱਠ ਖੜੇ ਹੋਣ। ਫਿਰ ਭਾਜੜਾ ਪੈ ਗਈਆਂ ਮੁਗਲਾਂ ਦੀਆਂ, ਹਰਿਮੰਦਰ ਸਾਹਿਬ ਨੂੰ ਛੱਡ ਕੇ ਭੱਜ ਗਏ ਤੇ ਬਾਬਾ ਜੀ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਗੁਰੂ ਰਾਮਦਾਸ ਪਾਤਸ਼ਾਹ ਚਰਨਾਂ ਵਿੱਚ ਪ੍ਰਕਰਮਾਂ ਵਿੱਚ ਪਹੁੰਚਾ ਦਿੱਤਾ। ਖੈਰ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਤਾਰੇ ਕੀਤੇ ਗਏ। ਬੀੜਾ ਹੋਰ ਨੇ ਬਾਹੀ ਕਲਿਆ ਗੁਰ ਧਾਮ ਨੂੰ। ਇਸ ਤਰ੍ਹਾਂ ਸਤਿਗੁਰਾਂ ਨੇ ਹੋਰ ਬੀੜਾਂ ਤਿਆਰ ਕਰਕੇ ਜਿਹੜੀਆਂ ਗੁਰਧਾਮਾਂ ਤੇ ਭੇਜਣੀਆਂ ਕੀਤੀਆਂ। ਹਜੂਰ ਨੇ ਤਾਂ ਸਰਬਤ ਜੈ ਜੈਕਾਰ ਹੋਇਆ। ਤੇ ਸੰਸਾਰ ਵਿੱਚ ਬੜੀਆਂ ਜੈ ਜੈਕਾਰਾਂ ਹੋਈਆਂ। ਇਹ ਕਾਰਜ ਬਹੁਤ ਵੱਡਾ ਸੀਗਾ। ਅਗਰ ਸਾਡੇ ਕੋਲੇ ਅੱਜ ਇੱਕ ਸਰੂਪ ਗ੍ਰੰਥ ਸਾਹਿਬ ਜੀ ਮਨਾਇਆ ਹੁੰਦਾ ਤੇ ਸਿੱਖੀ ਇਕੱਠੀ ਨਹੀਂ ਸੀ ਹੋਣੀ। ਕਹੋ ਸਤਿਨਾਮ। ਜਿਹੜਾ 7ਵੇਂ ਪਾਤਸ਼ਾਹ ਜੀ ਦਾ ਕੱਲ ਆਪਾਂ ਬਚਨ ਸਰਵਣ ਕੀਤਾ ਸੀਗਾ ਕਿ ਸਿੱਖੀ ਦਾ ਜਹਾਜ਼ ਫਟ ਗਿਆ ਹੈ ਤੇ ਸਿੱਖ ਸੰਗਤਾਂ ਬੜਾ ਸ਼ੋਕ ਵਿੱਚ ਚਲੀਆਂ ਗਈਆਂ। ਮਹਾਰਾਜ ਫਿਰ ਇਕੱਠਾ ਕਿਵੇਂ ਹੋਵੇਗਾ? ਕਿਉਂਕਿ ਜੇ ਉਹ ਬਚਨ ਕੀਤਾ ਤੇ ਦੂਜਾ ਬਚਨ ਵੀ ਹੁਣੇ ਲੈ ਲਓ, ਇਕੱਠਾ ਕਿਵੇਂ ਹੋਵੇਗਾ? ਕਹਿੰਦੇ 10ਵੇਂ ਜਾਮੇ ਪੁਰਖ ਬਲੀ ਆਵੇਗਾ, ਉਹ ਸਿੱਖੀ ਦੇ ਜਹਾਜ਼ ਨੂੰ ਫਿਰ ਜੋੜ ਲਵੇਗਾ, ਇਕੱਠਾ ਕਰ ਲਵੇਗਾ। ਇਉਂ ਸਤਿਗੁਰਾਂ ਨੇ ਭਾਈ ਮਣੀ ਸਿੰਘ ਹੋਰਾਂ ਨੂੰ ਹੁਕਮ ਹੋਇਆ ਸ੍ਰੀ ਅੰਮ੍ਰਿਤਸਰ ਵਿਖੇ। ਤਾਂ ਭਾਈ ਮਣੀ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਜਾਣ ਦਾ ਹੁਕਮ ਹੋਇਆ। ਜਾਏ ਤੁਰਤੀ ਹਜੂਰਾਵੋ ਬੀੜ ਨੂੰ ਹਰਮੰਦਰ ਵਿਖੇ। ਆਓ ਤੁਸੀਂ ਜਾਓ ਹਰਮੰਦਰ ਸਾਹਿਬ ਇੱਕ ਸਰੂਪ ਲੈ ਕੇ ਅਤੇ ਸਥਾਪਨਾ ਕਰੋ ਉਤਾਰਾ ਇਸ ਦਾ। ਔਰ ਇਸ ਨੂੰ ਉੱਥੇ ਸਥਾਪਨ ਕਰਕੇ ਸਿੱਖ ਸੰਗਤਾਂ ਨੂੰ ਇਸ ਦੇ ਨਾਲ ਜੋੜਨਾ ਕਰੋ। ਔਰ ਚਾਰ ਤਿਸ ਪਰਤੇ ਪਾਹੇ ਦੀਪ ਸਿੰਘ ਸ਼ਹੀਦ ਲਿਖਾਏ। ਤੇ ਬਾਬਾ ਦੀਪ ਸਿੰਘ ਜੀ ਦੀ ਫਿਰ ਡਿਊਟੀ ਲਾਈ ਵੀ ਇਸ ਦੀਆਂ ਜਿਹੜੀਆਂ ਹੈ ਉਤਾਰੇ ਕਰ।
ਇਸ ਦੇ ਨਾਲ ਦੇ 4 ਸਰੂਪ ਬਾਬਾ ਦੀਪ ਸਿੰਘ ਜੀ ਹੋਰਾਂ ਤੋਂ ਲਿਖਵਾਏ ਗਏ। ਇਕ ਕਾਲ ਬੂੰਗੇ ਕਪਟਨੇ ਤਿਰਤੀ ਹਜੂਰ ਦਿਓ ਹਿਤ ਪੱਠਾ ਪਠਨੇ। ਇੱਕ ਅਕਾਲ ਬੁੰਗੇ ਵਿੱਚ, ਇੱਕ ਪਟਨਾ ਸਾਹਿਬ ਦੇ ਵਿੱਚ, ਇੱਕ ਸਰੂਪ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਨਾਲ ਲੈ ਕੇ ਜਾਵਾਂਗੇ। ਚਤੁਰਥ ਰਾਖਿਓ ਦਮ ਦੇ ਮਾਹੇ ਵੱਡ ਬਾਬੇ ਜੇ 4 ਕਹਾਏ। ਔਰ ਇੱਕ ਚੌਥਾ ਸਰੂਪ ਜਿਹੜਾ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕੀਤਾ, ਇਹਨਾਂ ਨੂੰ ਵੱਡੇ ਬਾਬੇ ਕਿਹਾ ਜਾਂਦਾ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਜਿਹੜੇ ਸਰੂਪ ਸੀ ਉਹਨਾਂ ਤੋਂ ਉਤਾਰੇ ਹੋਏ ਇਹਨਾਂ ਨੂੰ ਵੱਡੇ ਬਾਬੇ ਕਿਹਾ ਜਾਂਦਾ। ਤੇ ਇੱਕ ਦਿਨ ਰਾਜਸਥਾਨ ਦਾ ਰਾਜਾ ਆਇਆ ਗੁਰੂ ਪਿਆਰਿਓ, ਜੈ ਸਿੰਘ ਬਿਸ਼ਨ ਸਿੰਘ, ਜਿਨ੍ਹਾਂ ਨੇ ਇੱਥੇ ਰਹਿ ਕੇ ਕਥਾ ਸੁਣੀ ਆ। ਇਹ ਆਏ ਤੇ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਜੀ ਤੋਂ ਬ੍ਰਹਮ ਗਿਆਨੀ ਦੀ ਪਦਵੀ ਆਪ ਜੀ ਕੋਲੋਂ ਪ੍ਰਾਪਤ ਕੀਤੀ ਆ, ਅੰਮ੍ਰਿਤਪਾਨ ਵੀ ਕੀਤਾ। ਇੱਕ ਦਿਨ ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ, ਨਿਮਰਤਾ ਸਹਿਤ ਪਾਤਸ਼ਾਹ ਅਸੀਂ ਪੁਰਾਤਨ ਕਾਲ ਤੋਂ ਗੁਰੂ ਘਰ ਦੇ ਸੇਵਕ ਚਲੇ ਆ ਰਹੇ ਹਾਂ, ਸਾਡੇ ਤੇ ਸਤਿਗੁਰਾਂ ਦੀ ਬੜੀ ਕਿਰਪਾ ਹੋਈ ਆ। ਤੁਹਾਡੇ ਵੱਡਿਆਂ ਤੋਂ ਲੈ ਕੇ 9ਵੇਂ ਪਾਤਸ਼ਾਹ ਜੀ ਨੇ ਵੀ ਇਹਨਾਂ ਦੀ ਮਦਦ ਕੀਤੀ ਸੀ ਨਾ, ਅਸਾਮ ਜਾ ਕਰਕੇ ਰਾਜੇ ਦੇ ਨਾਲ ਸੰਧੀ ਕਰਵਾਈ ਸੀਗੀ, ਨਹੀਂ ਤਾਂ ਇਹ ਵੀ ਮਾਰਿਆ ਜਾਂਦਾ। ਇਹਨਾਂ ਦਾ ਬਜ਼ੁਰਗ ਪਹਿਲਾਂ ਉਹਨੇ ਮਾਰ ਦਿੱਤਾ ਸੀ ਅਸਾਮ ਵਾਲੇ ਰਾਜੇ ਨੇ। ਤੇ ਮਹਾਰਾਜ ਕਿਰਪਾ ਕਰੋ, ਅਸੀਂ ਜਿਹੜਾ ਹੈ ਸਾਡੇ ਘਰ ਦੇ ਵਿੱਚ ਇੱਕ ਸਹਿਮ ਪਿਆ ਹੋਇਆ, ਉਹਦੇ ਪ੍ਰਾਸ਼ਚਿਤ ਦੀ ਵਿਧੀ ਦੱਸੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀਗਾ ਕੋਈ ਗੱਲ ਨਹੀਂ, ਤੁਸੀਂ ਹਰਕ੍ਰਿਸ਼ਨ ਜੀ ਦੇ ਅਨੰਨ ਭਗਤ ਹੋ। ਸਾਡੇ ਬਜ਼ੁਰਗਾਂ ਦੇ ਪ੍ਰੇਮ ਦੀਨ 8ਵੇਂ ਪਾਤਸ਼ਾਹ ਜੀ ਦਿੱਲੀ ਆਏ ਸਨ, ਜੈ ਸਿੰਘ ਲੈ ਕੇ ਗਿਆ ਸੀ ਨਾ ਦਿੱਲੀ ਵਾਲਾ, ਤੁਸੀਂ 8ਵੇਂ ਪਾਤਸ਼ਾਹ ਦੇ ਸੇਵਕ ਹੋ, ਕੋਈ ਗੱਲ ਨਹੀਂ। ਸਾਰਾ ਪਰਿਵਾਰ ਗੁਰੂ ਘਰ ਦੇ ਬ੍ਰਹਮਲੀਨ ਹੋਣ ਦਾ ਆਪਣੇ ਆਪ ਨੂੰ ਕਾਰਨ ਮੰਨਦਾ ਹੈ। ਜਿਸ ਦੇਸ਼ ਦਾ ਪ੍ਰਾਸ਼ਚਿਤ ਕਰਵਾਓ। ਕਹਿੰਦੇ ਜੀ ਸਾਡੀ ਗਲਤੀ ਸੀ, ਰਾਜਾ ਜੈ ਸਿੰਘ ਸਾਡਾ ਬਜ਼ੁਰਗ 8ਵੇਂ ਪਾਤਸ਼ਾਹ ਨੂੰ ਦਿੱਲੀ ਲੈ ਕੇ ਗਿਆ ਧੱਕੇ ਨਾਲ, ਉਹ ਨਾਲ ਹੀ ਸਾਡੇ ਕਾਲ ਸ਼ਹੀਦੀ ਹੋਈ। ਸਾਡੇ ਮਨ ਵਿੱਚ ਉਹਦੇ ਦਾ ਇਹ ਨਾ ਤੌਖਲਾ ਪੜ ਰਿਹਾ ਵੀ ਸਾਡੀ ਗਲਤੀ ਦੇ ਨਾਲ 8ਵੇਂ ਪਾਤਸ਼ਾਹ ਉੱਥੇ ਚਲੇ ਗਏ। ਚਲੋ ਹੋਣਾ ਤਾਂ ਪਰਮੇਸ਼ਰ ਦੇ ਭਾਣੇ ਵਿੱਚ ਹੀ ਸੀਗਾ, ਪਰ ਉਹਦਾ ਪ੍ਰਾਸ਼ਚਿਤ ਕਿਵੇਂ ਕਰੀਏ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਵੀ ਐਂ ਕਰੋ ਸਿੰਘੋ, ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰੋ ਇੱਕ। ਔਰ ਸਾਰੀ ਤਿਆਰੀ ਕਰਵਾ ਗਈ। ਡੱਲੇ ਦੇ ਕੋਲੋਂ ਸਾਰੀ ਗੁਰੂ ਪਿਆਰਿਓ ਰਾਸ਼ਨ ਮੰਗਵਾਇਆ ਗਿਆ, ਜੋ ਅਖੰਡ ਪਾਠ ਸਾਹਿਬ ਦੇ ਵਿੱਚ ਸਮੱਗਰੀ ਜਿਹਨੂੰ ਆਪਾਂ ਕਹਿੰਦੇ ਆ, ਭਾਈ ਡੱਲੇ ਨੇ ਲਿਆਂਦੀ। ਔਰ ਫਿਰ ਪਹਿਲਾ ਅਖੰਡ ਪਾਠ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਵਿਖੇ ਕਰਵਾਉਣਾ ਕੀਤਾ। ਇਸ ਤਰ੍ਹਾਂ ਇਹ ਰਚਨਾ ਜਿਹੜੀ ਹੈ ਦਮਦਮਾ ਸਾਹਿਬ ਹੋਈ। ਤੇ ਗੁਰੂ ਪਿਆਰਿਓ ਬਚੀ ਹੋਈ ਸ਼ਾਹੀ ਤੇ ਬਚੀਆਂ ਹੋਈਆਂ ਕਲਮਾਂ, ਜੋ ਗੁਰਦੁਆਰਾ ਲਿਖਣਸਰ ਸਾਹਿਬ ਹੈ, ਜਦੋਂ ਆਪਾਂ ਐਂਟਰ ਕਰਦੇ ਹਾਂ ਤਖਤ ਤੋਂ ਪਹਿਲਾਂ ਜਾਂਦੇ ਹਨ ਸੱਜੇ ਹੱਥ ਗੁਰਦੁਆਰਾ ਸਾਹਿਬ ਆਉਂਦੇ, ਨਾਲ ਛੋਟਾ ਜਿਹਾ ਸਰੋਵਰ ਹੈ। ਬਚੀਆਂ ਹੋਈਆਂ ਕਲਮਾਂ ਤੇ ਸ਼ਾਹੀ ਸਤਿਗੁਰਾਂ ਨੇ ਸਰੋਵਰ ਵਿੱਚ ਪਾ ਕੇ ਕੀ ਕਿਹਾ ਹੈ? ਹੋਏ ਦਮਦਮਾ ਗੁਰ ਕੀ ਕਾਸ਼ੀ, ਲੇਖਕ ਬਨੇ ਪੜੇ ਸਿਖ ਰਾਸੀ। ਕਹਿੰਦੇ ਇਹ ਸਾਡਾ ਦਮਦਮਾ ਸਾਡੀ ਗੁਰੂ ਕੀ ਕਾਸ਼ੀ ਹੋਵੇਗਾ। ਇੱਥੇ ਆ ਕੇ ਬਹੁਤ ਸਿੱਖ ਪੜ੍ਹ ਕੇ ਔਰ ਇੱਥੇ ਲਿਖਾਰੀ ਬਣਨਗੇ ਉਹਨਾਂ ਦੇ। ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ੍ਹੈ ਇਹਾਂ ਢੇਰ ਮਤ ਰਾਸੀ। ਢੋਰ ਢੋਰ ਕਹਿੰਦੀ ਹੈ ਬਲਦਾਂ ਨੂੰ, ਢੋਰ ਕਹਿੰਦੀ ਅਨਪੜ੍ਹਾਂ ਨੂੰ। ਅਸੀਂ ਜੰਗਲ ਦੇ ਲੋਕ ਬਿਲਕੁਲ ਹੀ ਅਨਪੜ੍ਹ ਹੁੰਦੇ ਸੀ। ਕਹੋ ਸਤਨਾਮ। ਇਹ ਜੰਗਲ ਦੇ ਲੋਕਾਂ ਨੂੰ ਜੰਗਲੀ ਕਿਹਾ ਜਾਂਦਾ ਸੀਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਇਹ ਸਾਡੀ ਕਾਸ਼ੀ ਬਣ ਗਈ। ਜਿਵੇਂ ਹਿੰਦੂ ਮਤ ਦੀ ਉਹ ਕਾਸ਼ੀ ਆ ਲਖਨਊ ਦੇ ਵੱਲ, ਤਾਂ ਇਸੇ ਤਰ੍ਹਾਂ ਗੁਰੂ ਨਾਨਕ ਦੀ ਕਾਸ਼ੀ, ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਹੈ। ਔਰ ਇਸ ਦੇ ਬਾਰੇ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਵੀ ਬਚਨ ਕੀਤੇ ਆ, ਔਰ 6ਵੇਂ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਆ। ਦੱਸਦੇ ਬਾਬਾ ਨਾਨਕ ਜੀ ਵੀ ਇੱਥੋਂ ਦੀ ਚਰਨ ਪਾ ਕੇ ਇੱਥੇ ਗੁਰੂ ਪਿਆਰੋ ਰੰਗ ਲਾ ਕੇ ਗਏ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਇਹ ਹੈ ਪ੍ਰਗਟ ਹਮਰੀ ਕਾਸ਼ੀ, ਪੜ੍ਹ ਹੈ ਇਹਾਂ ਢੋਰ ਮਤ ਰਾਸੀ। ਇੱਥੇ ਜਿਹੜੇ ਅਨਪੜ੍ਹ ਭੋਲੇ ਪਹਾੜੇ ਲੋਕ, ਇਹ ਜੰਗਲ ਦੇ ਲੋਕ ਆ ਕੇ ਪੜ੍ਹਨਗੇ। ਮਤ ਰਾਸੀ, ਉਹਨਾਂ ਦੀ ਮਤ ਦੇ ਵਿੱਚ ਰਾਸ਼ੀ ਤੋਂ ਭਾਵ ਹੈ ਗਿਆਨ ਦਾ ਖਜ਼ਾਨਾ ਭਰ ਜਾਵੇਗਾ, ਉਹਨਾਂ ਨੂੰ ਗਿਆਨ ਹੋ ਜਾਵੇਗਾ। ਲੇਖਕ ਗੁਣੀ ਕਵਿਤ ਗਿਆਨੀ, ਬੁੱਧ ਸਿੱਧ ਹੈ ਇਤ ਆਨੀ। ਔਰ ਇੱਥੇ ਅਨੇਕਾਂ ਹੀ ਲਿਖਾਰੀ ਗੁਣਾਂ ਦੇ ਭਰਨ ਵਾਲੇ ਔਰ ਕਵੀ ਗਿਆਨੀ ਤਿਆਰ ਹੋਣਗੇ। ਇਨਕੇ ਕਾਰਨ ਕਲਮ ਗੱਡ, ਦੇਤ ਪ੍ਰਗਟ ਹਮਡਾਰ। ਸਿੱਖਾਂ ਨੇ ਪੁੱਛਿਆ ਨਾ ਜੀ ਤੁਸੀਂ ਕਲਮਾਂ ਘੜ ਘੜ ਕੇ ਸਰੋਵਰ ਵਿੱਚ ਕਿਉਂ ਪਾਈ ਜਾਂਦੇ ਹੋ? ਕਹਿੰਦੇ ਆਉਣ ਵਾਲੇ ਸਮੇਂ ਦੇ ਵਾਸਤੇ ਕਿ ਇਹ ਸਾਡੀ ਕਾਂਛੀ ਹੋਵੇਗੀ। ਇਹ ਬਚਨ ਸਤਿਗੁਰਾਂ ਦੇ ਬਚਨ ਹੀ ਕੰਮ ਕਰਦੇ ਆ। ਪਿੱਛੇ ਪੜ੍ਹੇ ਆ ਨਾ ਆਪਾਂ ਕਿੰਨੇ ਬਚਨ ਕੀਤੇ ਥਾਂ ਥਾਂ ਤੇ ਕਪੂਰੇ ਤੇ ਬਚਨ ਹੋ ਗਿਆ ਤੇ ਉਸ ਨੂੰ ਉਵੇਂ ਸ੍ਰੀ ਛੱਡਣਾ ਪਿਆ।
ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਇਹ ਸਾਡੀ ਕਾਂਸ਼ੀ ਹੈ। ਇਸੇ ਕਰਕੇ ਅਸੀਂ ਕਲਮਾ ਘੜ ਘੜ ਕੇ ਸਰੋਵਰ 'ਚ ਪਾਉਂਦੇ ਹਾਂ ਕਿ ਇੱਥੇ ਆਉਣ ਵਾਲੇ ਬਹੁਤ ਸਾਰੇ ਜਿਹੜੇ ਭੋਲੇ ਭਾਲੇ ਹੈ ਜੰਗਲ ਦੇ ਲੋਕ ਹਨ, ਉਹ ਜਿਹੜੇ ਹਨ ਲਿਖਾਰੀ ਕਵੀ ਗਿਆਨੀ ਬਣਨਗੇ। ਬੁੱਧ ਸਿੰਧ, ਸਿੰਧ ਹੁੰਦਾ ਸਾਗਰ, ਉਹਨਾਂ ਦੀ ਬੁੱਧੀ ਵਿੱਚ ਗਿਆਨ ਪੈਦਾ ਹੋਵੇਗਾ। ਸਿੱਖ ਸ਼ਿਕਾਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ, ਇੱਥੇ ਹਜ਼ਾਰਾਂ ਹੀ ਸਿੱਖ ਪੜ੍ਹਨਗੇ। ਉਸ ਤੋਂ ਬਾਅਦ ਫਿਰ ਉੱਥੇ ਗੁਰੂ ਪਿਆਰਿਓ ਟਕਸਾਲ ਵੀ ਬਣੀ, ਦਮਦਮੀ ਟਕਸਾਲ ਵੀ ਆਪਾਂ ਉਸ ਨੂੰ ਕਹਿੰਦੇ ਹਾਂ। ਉਸ ਤੋਂ ਪਰੇ ਇੱਕ ਸਾਧੂਆਂ ਦਾ ਸੰਤਾਂ ਦਾ ਅਸਥਾਨ ਹੈ ਗੁਰੂ ਪਿਆਰਿਓ, ਉੱਥੇ ਵੀ ਬੱਚਿਆਂ ਨੂੰ ਵਿਦਿਆ ਪੜ੍ਹਾਈ ਜਾਂਦੀ ਹੈ। ਖੈਰ ਇਹ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਚਨ ਦੀ ਸਾਖੀ ਜੋ ਆਪ ਜੀ ਨੇ ਸਰਵਣ ਕੀਤੀ। ਮੇਰੇ ਪ੍ਰੀਤਮ ਜੀ ਉਸ ਤੋਂ ਬਾਅਦ ਫਿਰ ਰੋਜ਼ਾਨਾ ਹੀ ਤਿਆਰੀਆਂ ਕਰਦੇ ਹਨ ਕਿ ਅਸੀਂ ਜਿਹੜਾ ਹੈ ਦੱਖਣ ਵੱਲ ਜਾਣਾ ਹੈ ਜੀ। ਸਤਿਗੁਰ ਨਿਤ ਠਾਨੇ ਤਿਆਰੀ ਕਰੇ ਚਾਹੇ ਦਛਨ ਸਵਾਰੀ। ਇਸ ਤਰ੍ਹਾਂ ਸਤਿਗੁਰੂ ਰੋਜ਼ਾਨਾ ਹੀ ਸਿੱਖਾਂ ਨੂੰ ਗੱਲ ਕਰਦੇ ਆ, ਆਪਣਾ ਹੁਕਮ ਦਿੰਦੇ ਆ ਕਿ ਅਸੀਂ ਦੱਖਣ ਵੱਲ ਜਾਣਾ ਹੈ, ਤੁਸੀਂ ਸਾਡੇ ਨਾਲ ਚੱਲੋ ਜੀ। ਭਾਈ ਮੈਂ ਭਾਈ ਹੋਏ ਸਾਥ ਗਮਣੇ ਚੋ ਦਰਸ ਹਿਤ ਨਾਥ। ਔਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਬਾਬਾ ਜੀ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ। ਕੀਰਤਕ ਹਟੇ ਗਏ ਨਿਜ ਘਰ ਕੋ, ਕੀਰਤਕ ਹਟੇ ਕਪਟ ਉਰ ਗੁਰ ਕੋ। ਕਈ ਤਾਂ ਸੱਚੀਓ ਹੀ ਕਹਿ ਕੇ ਚਲੇ ਗਏ ਜੀ ਬਾਬਾ ਜੀ ਨਿਵਿਆ ਨਹੀਂ ਜਾਣਾ ਨਾਲ, ਤਾਂ ਪਤਾ ਨਹੀਂ ਦੱਖਣ ਕਿੱਥੇ ਆ, ਕਿੱਥੇ ਜਾਣਾ ਤੁਸੀਂ। ਕਈ ਤਾਂ ਦੱਸ ਕੇ ਚਲੇ ਗਏ, ਕਈ ਕਹਿੰਦੇ ਜੀ ਕੋਈ ਨਹੀਂ ਅਸੀਂ ਫੇਰ ਆ ਜਾਾਂਗੇ, ਘਰੇ ਜਾ ਆਈਏ, ਤੇ ਮੁੜ ਕੇ ਆਏ ਨਹੀਂ। ਕੀਰਤਕ ਕਪਟ ਬਿਨ ਸੰਗੀ ਪਾਹੇ, ਸਤਿਗੁਰ ਚਰਨ ਪ੍ਰੇਮ ਕੋ ਲਏ। ਕਈ ਗੁਰੂ ਦਾ ਬਚਨ ਮੰਨ ਕੇ ਛਲ ਪ੍ਰੇਮ ਛੱਡ ਕੇ ਗੁਰੂ ਦੇ ਨਾਲ ਚੱਲਣ ਲਈ ਤਿਆਰ ਹੋ ਗਏ। ਤੀਨ ਦਸ਼ਾ ਸਿੱਖਣ ਕੀ ਹੋਏ, ਕਿਨੋ ਲਾਭ ਲੀਨਸ ਕਿਨ ਖੋਏ। ਤਿੰਨ ਤਰ੍ਹਾਂ ਦੇ ਸਿੱਖਾਂ ਦੀ ਹੁਣ ਗੁਰੂ ਪਿਆਰਿਓ ਖਿਆਲ ਬਣ ਗਿਆ। ਕਿਸੇ ਨੇ ਗੁਰੂ ਕੋਲੋਂ ਲਾਭ ਖੱਟਿਆ ਤੇ ਕਿਸੇ ਨੇ ਨਹੀਂ ਖੱਟਿਆ। ਘਰ ਕੋ ਮੋਹ ਤਿਆਗ ਕਰ ਚਲੇ, ਸ੍ਰੀ ਪੂਰਨ ਉਤਰੇ ਨਰ ਭਲੇ। ਜਿਹਨੇ ਘਰ ਦਾ ਸੰਸਾਰ ਦਾ ਬੱਚਿਆਂ ਦਾ ਮੋਹ ਤਿਆਗ ਕੇ ਗੁਰੂ ਨਾਲ ਚੱਲਣਾ ਕੀਤਾ, ਉਹਨਾਂ ਨੇ ਆਪਣਾ ਭਲਾ ਕੀਤਾ। ਹੁਣ ਸਤਿਗੁਰੂ ਇੱਥੋਂ ਪਾਤਸ਼ਾਹ ਦੱਖਣ ਵੱਲ ਜਾਂਦੇ ਹਨ। ਕਿੱਧਰ ਦੀ ਜਾਂਦੇ ਆ ਵਿਚਾਰਾ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व में जन गुणतास। हे संगी हे निरंकार हे निर्गुण सब टेक, हे गोविंद हे गुण निदान जाके सदा बबेक। हे अपरंपर हर हरे हो बनहार, हे संत कै सदा संग तारा आधार। हे ठाकुर हों दासरो निर्गुण गुण नहीं कोई, नानक दीजै नाम दान कोई परोए। आए प्रभ शरणागति कृपा नित दयाल, एक अखर हर मन बसत नानक होत निहाल। एक ओंकार सतगुरु प्रसाद सच होए, वाहिगुरु जी की फतेह है। विनाशन सोए, वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद। ਸਰਬੱਤ ਸਾਂਝ ਨੇ ਹਾਜ਼ਰੀਆਂ ਭਰੀਆਂ।